ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਹੋਵੇ ਸਿਫਤ ਕਸਮ ਦੀ, ਨੂਰ ਅਰਸਾਂ ਕੁਰਸਾਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੇਨ ਕਲਾ ਧਾਰਿਓ ਆਕਾਸੰ, ਬੈ ਸੰਤਰੰ ਕਾਸ਼ਟ ਬੇਸ਼ਟੰ। ਜੇਨ ਕਲਾ ਸਸ ਸੂਰ ਨਖਤਰ ਜੋਤਿਅੰ, ਸਾਸੰ ਸਰੀਰ ਧਾਰਣੰ। ਜੇਨ ਕਲਾ ਮਾਤ ਗਰਭ ਪ੍ਰਤਪਾਲੰ, ਨਹਿ ਛਿਜੰਤ ਜਠਰ ਰੋਗਣੈ। ਤੇਨ ਕਲਾ ਅਸਥੰਭੰ ਸਰੋਵਰੰ, ਨਾਨਕ ਨਹਿ ਛਿਜੰਤ ਤਰੰਗ ਤੋਇਣੈ। ਜੇਨ ਕਲਾ ਧਾਰਿਓ ਆਕਾਸੰ, ਬੈ ਸੰਤਰੰ ਕਾਸ਼ਟ ਬੇਸ਼ਟੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅੰਮ੍ਰਿਤ ਰੂਪ ਬਾਣੀ ਸ਼ਲੋਕ ਸਹਿਸ ਕੀਰਤੀ ਮਹੱਲਾ ਪੰਜਵਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। 52 ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਰਹਿੰਦੇ ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਹਰੀ ਲਾਲ ਤੇ ਕ੍ਰਿਸ਼ਨ ਲਾਲ ਦੋ ਕਾਂਸ਼ੀ ਤੋਂ ਪੰਡਤ ਆਏ ਹਨ। ਉਹ ਪ੍ਰਾਕ੍ਰਿਤ ਭਾਸ਼ਾ ਦੇ ਵਿਦਵਾਨ ਸਨ। ਉਹਨਾਂ ਬੇਨਤੀ ਕੀਤੀ, ਮਹਾਰਾਜ ਤੁਸੀਂ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਹੀ ਸਾਨੂੰ ਉਪਦੇਸ਼ ਦਿਓ। ਕਿਉਂ? ਜਦੋਂ ਇਹਨਾਂ ਦੇ ਮਾਤਾ ਪਿਤਾ ਚਲਾਣਾ ਕਰ ਗਏ, ਇਹਨਾਂ ਦਾ ਮਨ
ਹਮੇਸ਼ਾ ਲਈ ਸੋਗ ਵਿੱਚ ਡੁੱਬਿਆ ਰਹਿੰਦਾ। ਬੜੇ ਯਤਨ ਕੀਤੇ ਪਰ ਇਹਨਾਂ ਦਾ ਮਨ ਉਸ ਸੋਗ ਦੀ ਭਾਵਨਾ ਤੋਂ ਬਾਹਰ ਨਹੀਂ ਸੀ ਆ ਰਿਹਾ। ਕਈ ਸਾਧੂ ਮਹਾਤਮਾ ਕੋਲ ਵੀ ਗਏ ਪਰ ਗੱਲ ਨਾ ਬਣੀ। ਆਖੀਰ ਇਹਨਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਲਿਖੇ 4 ਸ਼ਲੋਕ ਜੋ ਇਹਨਾਂ ਦੇ ਦਾਦੇ ਗੋਪਾਲ ਦੱਤ ਦੇ ਪ੍ਰਥਾਏ ਉਚਾਰਨ ਕੀਤੇ ਸਨ ਉਹ ਲੱਭੇ। ਉਹਨਾਂ ਨੂੰ ਪੜ੍ਹਿਆ, ਵਿਚਾਰਿਆ ਤਾਂ ਇਹਨਾਂ ਦੇ ਮਨ ਨੂੰ ਧੀਰਜ ਪ੍ਰਾਪਤ ਹੋਇਆ। ਫਿਰ ਇਹਨਾਂ ਦੀ ਗੁਰੂ ਘਰ 'ਤੇ ਸ਼ਰਧਾ ਬੱਝ ਗਈ। ਪੁੱਛਿਆ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਅੱਜ ਕੱਲ੍ਹ ਕੌਣ ਹਨ? ਪਤਾ ਲੱਗਿਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ 'ਤੇ ਬਿਰਾਜਮਾਨ ਨੇ ਅਤੇ ਉਹ ਬੋਹੇ ਥਾ ਦੋਹੇ ਥਾ ਬਾਣੀ ਕਾ ਬੋਹੇ ਥਾ ਇਸ ਵਰਦਾਨ ਨੂੰ ਸਫਲ ਕਰ ਰਹੇ ਹਨ। ਅੰਮ੍ਰਿਤ ਰੂਪ ਬਾਣੀ ਉਚਾਰਨ ਕਰਕੇ ਆਪ ਵੀ ਲਿਖ ਰਹੇ ਹਨ ਅਤੇ ਨਾਲ ਹੀ ਪਹਿਲੇ ਸਤਿਗੁਰੂ ਸਾਹਿਬਾਨ ਦੀ ਬਾਣੀ ਨਾਲ ਭਗਤਾਂ ਦੀ ਗੁਰਸਿੱਖਾਂ ਦੀ ਭੱਟਾਂ ਦੀ ਬਾਣੀ ਵੀ ਲਿਖਵਾ ਰਹੇ ਹਨ। ਇਹ ਗੱਲ ਸੁਣ ਕੇ ਫਿਰ ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਹਨ। ਆ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਕੇ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਈ। ਹੁਣ ਤੁਸੀਂ ਹੋਰ ਉਪਦੇਸ਼ ਦਿਓ ਜਿਹਨੂੰ ਸੁਣ ਕੇ ਸਾਡੇ ਮਨ ਨੂੰ ਹਮੇਸ਼ਾ ਲਈ ਧੀਰਜ ਪ੍ਰਾਪਤ ਹੋ ਜਾਵੇ। ਤਾਂ ਹਜ਼ੂਰ ਨੇ ਇਹ 67 ਸ਼ਲੋਕ ਉਚਾਰਨ ਕੀਤੇ। ਹੁਣ ਰਹਿੰਦੇ ਸ਼ਲੋਕਾਂ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੇਨ ਕਲਾ ਧਾਰਿਓ ਆਕਾਸੰ ਬੈ ਸੰਤਰੰ ਕਾਸ਼ਟ ਬੇਸਟੰ। ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਮਹਾਰਾਜ ਆ ਜਿਹੜਾ ਸੰਸਾਰ ਸਮੁੰਦਰ ਹੈ ਇਹ ਕਿਹਦੇ ਆਸਰੇ ਖੜਾ ਹੈ? ਤਾਂ ਗਰੀਬਨ ਵਾਜ ਸਤਿਗੁਰੂ ਜੀ ਬੜੇ ਸੋਹਣੇ ਤਰੀਕੇ ਦੇ ਨਾਲ ਇਸ ਦਾ ਜਵਾਬ ਦਿੰਦੇ ਹਨ। ਜੀਨ ਕਲਾ ਧਾਰਿਓ ਆਕਾਸ਼ੰ। ਜੀਨ ਕਲਾ ਦਾ ਅਰਥ ਹੈ ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਲਾ ਕੁਦਰਤ ਦੁਆਰਾ ਆਕਾਸ਼ ਨੂੰ ਧਾਰਨ ਕੀਤਾ ਹੈ, ਆਕਾਸ਼ ਨੂੰ ਸਹਾਰਾ ਦਿੱਤਾ ਹੈ। ਬਿਨ ਥੰਮਾ ਗਗਨ ਰਹਾਇਆ ਤੇ ਉਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਨੂੰ ਥੰਮਿਆ ਹੋਇਆ ਹੈ। ਬੈ ਸੰਤਰੰ ਕਾਸ਼ਟ ਬੇਸ਼ਟੰ। ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਲਾ ਕੁਦਰਤ ਦੁਆਰਾ ਸ਼ਕਤੀ ਦੁਆਰਾ ਕਾਸ਼ ਦੇ ਅੰਦਰ ਅੱਗ ਨੂੰ, ਬੇਸ਼ਟੰ ਦਾ ਅਰਥ ਹੈ ਪ੍ਰਵੇਸ਼ ਕੀਤਾ ਹੋਇਆ। ਕੁਛ ਵਿਦਵਾਨਾਂ ਨੇ ਬੇਸ਼ਟੰ ਦਾ ਅਰਥ ਟਕਿਆ ਹੋਇਆ ਵੀ ਕੀਤਾ। ਜਿਸ ਵਾਹਿਗੁਰੂ ਨੇ ਕਾਠ ਦੇ ਵਿੱਚ ਅੱਗ ਨੂੰ ਟਕਿਆ ਹੋਇਆ, ਕਿਉਂਕਿ ਬਨਾਸਪਤੀ ਵਿੱਚ ਅੱਗ ਗੁਪਤ ਹੋ ਕੇ ਰਹਿੰਦੀ ਹੈ। ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਕੀਆ, ਊਚ ਨੀਚ ਮਹਿ ਜੋਤ ਸਮਾਣੀ ਘਟ ਕਰ ਦੋ ਜੀਆ। ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਸ਼ਕਤੀ ਦੇ ਆਸਰੇ ਆਕਾਸ਼ ਨੂੰ ਥੰਮਿਆ ਹੋਇਆ ਹੈ ਤੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕੁਦਰਤ ਦੁਆਰਾ ਕਾਠ ਦੇ ਅੰਦਰ, ਬਨਾਸਪਤੀ ਅੰਦਰ
ਅੱਗ ਨੂੰ ਢਾਕੇ ਰੱਖਿਆ ਹੋਇਆ ਹੈ। ਜੇਨ ਕਲਾ ਸਸ ਸੂਰ ਨਖੇਤਰ ਜੋਤਿਅੰ ਸਾਸੰ ਸਰੀਰ ਧਾਰਣੰ। ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਲਾ ਕੁਦਰਤ ਦੁਆਰਾ, ਆਪਣੀ ਸ਼ਕਤੀ ਦੁਆਰਾ ਸਸ ਸੂਰ ਨਖੇਤਰ ਜੋਤੀਆਂ, ਸਸ ਚੰਦਰਮਾ ਨੂੰ ਕਹਿੰਦੇ ਨੇ, ਸੂਰ ਸੂਰਜ ਨੂੰ, ਤੇ ਨਖੇਤਰ ਕਹਿੰਦੇ ਨੇ ਜਿਹੜੇ ਹੋਰ ਗ੍ਰਹਿ ਨੇ। ਜਿਸ ਵਾਹਿਗੁਰੂ ਨੇ ਆਪਣੀ ਸ਼ਕਤੀ ਦੁਆਰਾ ਚੰਦਰਮਾ, ਸੂਰਜ ਤੇ ਹੋਰ ਜਿਹੜੇ ਤਾਰੇ ਨੇ, ਗ੍ਰਹਿ ਨੇ, ਜੋਤੀਆਂ, ਉਹਨਾਂ ਵਿੱਚ ਆਪਣੀ ਜੋਤ ਨੂੰ ਟਿਕਾਇਆ ਹੋਇਆ। ਖਟ ਜੋਤੀਆਂ ਹਨ, ਉਹ ਖਟ ਜੋਤੀਆਂ ਪਰ ਤੇ ਪ੍ਰਕਾਸ਼ਮਾਨ ਹਨ। ਉਹਨਾਂ ਖਟ ਜੋਤੀਆਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਜੋਤ ਵਸਾਈ ਹੋਈ ਹੈ, ਜਿਹਦੇ ਆਸਰੇ ਉਹ ਜੋਤਾਂ ਵੀ ਜਗ ਰਹੀਆਂ ਨੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਸ ਵਾਹਿਗੁਰੂ ਦੀ ਜੋਤ ਦੇ ਆਸਰੇ ਹੀ ਸੂਰਜ ਤੇ ਚੰਦਰਮਾ ਅਤੇ ਜਿੰਨੇ ਹੋਰ ਗ੍ਰਹਿ ਨੇ ਉਹ ਸਾਰੇ ਪ੍ਰਕਾਸ਼ਮਾਨ ਹਨ। ਸਾਸੰਗ ਸਰੀਰ ਧਾਰਨ, ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਲਾ ਦੁਆਰਾ ਸਾਡੇ ਸਰੀਰ ਵਿੱਚ, ਸਾਸੰਗ ਦਾ ਅਰਥ ਹੈ ਸਵਾਸਾਂ ਨੂੰ, ਧਾਰਨੰ ਦਾ ਅਰਥ ਹੈ ਧਾਰਿਆ ਹੋਇਆ, ਭਾਵ ਟਿਕਾਇਆ ਹੋਇਆ। ਹੁਣ ਵੇਖ ਲਓ, ਜਿਹੜਾ ਸਾਡਾ ਸਰੀਰ ਹੈ, ਇਸ ਦੇ ਅੰਦਰ ਸਵਾਸ ਵਾਹਿਗੁਰੂ ਦੇ ਆਸਰੇ ਟਿਕੇ ਹੋਏ ਨੇ। ਹੁਣ ਸਵਾਸਾਂ ਦੇ ਬਾਰੇ ਗੁਰਬਾਣੀ ਵਿੱਚ ਲਿਖਿਆ ਮਿਲਦਾ ਹੈ, ਤ੍ਰੈ ਸਤ ਅੰਗਲ ਵਾਈ ਔਧੋਂ। ਇਹ 10 ਉਂਗਲਾਂ ਸਵਾਸ ਸਾਡੇ ਸਰੀਰ ਤੋਂ ਬਾਹਰ ਜਾਂਦੇ ਨੇ, ਫੇਰ ਦੁਬਾਰਾ ਮੁੜ ਕੇ ਸਾਡੇ ਅੰਦਰ ਆਉਂਦੇ ਨੇ। ਹੁਣ ਇਹ ਸਵਾਸ ਕਿਸ ਆਸਰੇ ਖੜੇ ਨੇ? ਨਾਭੀ ਦੇ ਹੇਠਾਂ ਪ੍ਰਾਣ ਤੇ ਅਪਾਨ ਵਾਯੂ ਦੀ ਗੰਢ ਹੈ, ਉਹਦੇ ਆਸਰੇ ਇਹ ਸਵਾਸ ਸਾਡੇ ਸਰੀਰ ਵਿੱਚ ਟਿਕੇ ਹੋਏ ਨੇ। ਪਰ ਇਹ ਸਾਰਾ ਪ੍ਰਬੰਧ ਸਵਾਸਾਂ ਨੂੰ ਟਿਕਾਉਣ ਦਾ ਕਿਹਨੇ ਕੀਤਾ ਹੈ? ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਰਬ ਸ਼ਕਤੀਮਾਨ ਹੈ, ਉਸ ਨੇ ਸਾਡੇ ਸਰੀਰ ਵਿੱਚ ਸਵਾਸਾਂ ਨੂੰ ਟਿਕਾਇਆ ਹੋਇਆ ਹੈ। ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਛੇ ਜੰਤ ਜਠਰ ਰੋਗਣ ਹੈ। ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਲਾ ਸ਼ਕਤੀ ਦੁਆਰਾ ਜੀਵ ਨੂੰ ਮਾਤਾ ਦੇ ਗਰਭ ਦੇ ਵਿੱਚ ਰੱਖ ਕੇ ਪ੍ਰਤਪਾਲਨ, ਇਹਦੀ ਪਾਲਣਾ ਪੋਸ਼ਣਾ ਕੀਤੀ। ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉਸ ਵੇਲੇ ਨਾੜੂਏ ਰਾਹੀਂ, ਉਸ ਪਾਈਪ ਰਾਹੀਂ ਮਾਤਾ ਦੀ ਖਾਧੀ ਖੁਰਾਕ ਬੱਚੇ ਨੂੰ ਵੀ ਪਹੁੰਚ ਜਾਂਦੀ। ਉਹ ਪ੍ਰਬੰਧ ਕਿਸ ਨੇ ਕੀਤਾ? ਵਾਹਿਗੁਰੂ ਪਰਮੇਸ਼ਰ ਨੇ ਕੀਤਾ ਹੈ ਨਾ। ਜੀਨ ਕਲਾ ਮਾਤ ਗਰਭ ਪ੍ਰਤਪਾਲਨ, ਜਿਸ ਵਾਹਿਗੁਰੂ ਨੇ ਆਪਣੀ ਸ਼ਕਤੀ ਦੁਆਰਾ ਮਾਤਾ ਦੇ ਗਰਭ ਦੇ ਵਿੱਚ ਜੀਵ ਦੀ ਪਾਲਣਾ ਪੋਸ਼ਣਾ ਕੀਤੀ। ਨੈ ਸ਼ੇਦੰਤ ਜਠਰ ਰੋਗਣਾ, ਤੇ ਫਿਰ ਨਾਲ ਹਿਫਾਜ਼ਤ ਵੀ ਕੀਤੀ, ਉਹਦੀ ਰੱਖਿਆ ਵੀ ਕੀਤੀ। ਮਾਤਾ ਦੇ ਗਰਭ ਦੇ ਵਿੱਚ ਜਿਹੜੀ ਜਠਰਾਗਨ ਅਗਨੀ ਹੈ, ਤੇ ਰੋਗਣਾ ਜਿਹੜੀ ਰੋਗ ਰੂਪ ਹੀ ਹੈ, ਇੱਕ ਬਿਮਾਰੀ ਹੈ। ਨੈ ਸ਼ੇਦੰਤ, ਉਹ ਸਾਡੇ ਸਰੀਰ ਨੂੰ, ਸ਼ੇਦੰਤ ਦਾ ਅਰਥ ਹੈ ਸਾੜ ਨਹੀਂ ਸਕਦੀ, ਨਾਸ ਨਹੀਂ ਕਰ ਸਕਦੀ। ਇਹ ਵੀ ਤੇ ਵਾਹਿਗੁਰੂ ਪਰਮੇਸ਼ਰ ਦੀ ਇੱਕ ਕਰਾਮਾਤ ਹੀ ਹੈ। ਹੁਣ ਮਾਤਾ ਦੇ ਗਰਭ ਦੇ ਵਿੱਚ ਜਿੱਥੇ ਬੱਚਾ ਰਹਿੰਦਾ ਹੈ, ਉੱਥੇ ਜਠਰਾਗਨ ਅਗਨੀ ਵੀ ਹੈ। ਹੁਣ ਮਾਤਾ ਭੋਜਨ ਛਕਦੀ ਹੈ। ਕਈ ਵਾਰ ਕਈਆਂ ਦੇ ਸੁਭਾਅ ਹੁੰਦੇ ਨੇ, ਉਹ ਰੋੜ ਵੀ ਖਾਂਦੇ ਨੇ ਬੀਬੀਆਂ, ਉਹ ਕੱਚੇ ਰੋੜ ਖਾਧੇ ਵੀ ਉਹਨਾਂ ਦੇ ਹਜ਼ਮ ਹੋ ਜਾਂਦੇ ਨੇ। ਪਰ ਬੱਚੇ ਦਾ ਸਰੀਰ ਫੁੱਲ ਦੇ ਨਾਲੋਂ ਵੀ ਨਾਜ਼ੁਕ ਹੁੰਦਾ, ਪਰ ਉਹਨੂੰ ਉਹਦਾ ਕੋਈ ਅਸਰ ਨਹੀਂ ਵਿਆਪਦਾ। ਇਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ। ਇਸੇ ਲਈ ਹਜ਼ੂਰ ਕਹਿੰਦੇ ਉਸ ਵਾਹਿਗੁਰੂ ਦੀ ਸ਼ਕਤੀ ਦੇ ਨਾਲ ਹੀ ਦੇਖ ਲਓ,
ਇਹ ਜੀਵ ਮਾਤਾ ਦੇ ਗਰਭ ਦੇ ਵਿੱਚ ਨਿਵਾਸ ਕਰਦਾ, ਇਹਦੀ ਪਾਲਣਾ ਵੀ ਹੁੰਦੀ ਹੈ ਅਤੇ ਨਾਲ ਇਹਦੀ ਰੱਖਿਆ ਵੀ ਹੁੰਦੀ ਹੈ। ਜਿਹੜੀ ਮਾਤਾ ਦੇ ਗਰਭ ਦੇ ਵਿੱਚ ਜਠਰਾਗਣ ਅਗਨੀ ਹੈ, ਰੋਗ ਰੂਪ, ਉਹ ਇਸ ਨੂੰ ਪੋਹ ਨਹੀਂ ਸਕਦੀ, ਕੋਈ ਇਹਦਾ ਨੁਕਸਾਨ ਨਹੀਂ ਕਰ ਸਕਦੀ। ਤੇਨ ਕਲਾ ਅਵਥੰਬੰ ਸਰੋਵਰੰ ਨਾਨਕ ਨਹਿ ਛਜੰਤ ਤਰੰਗ ਤੋਇਣ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਹਰੀ ਲਾਲ ਤੇ ਕ੍ਰਿਸ਼ਨ ਲਾਲ ਜੀ ਉਸੇ ਵਾਹਿਗੁਰੂ ਪਰਮੇਸ਼ਰ ਦੀ, ਪਹਿਲਾਂ ਜੀਨ ਸ਼ਬਦ ਆਇਆ ਸੀ ਨਾ, ਹੁਣ ਤੇਨ ਸ਼ਬਦ ਆਇਆ। ਤੇਨ ਉਸੇ ਵਾਹਿਗੁਰੂ ਪਰਮੇਸ਼ਰ ਦੀ ਕਲਾ ਸ਼ਕਤੀ ਦੇ ਨਾਲ ਅਸਤੰਭੰ ਸਰੋਵਰੰ, ਆ ਜਿਹੜਾ ਸਰੋਵਰ ਹੈ, ਸਮੁੰਦਰ ਹੈ, ਅਸਤੰਭੰ, ਇਸ ਨੂੰ ਸਹਾਰਾ ਮਿਲਿਆ ਹੋਇਆ। ਜਿਹੜਾ ਪ੍ਰਤੱਖ ਵੀ ਸਮੁੰਦਰ ਹੈ। ਹੁਣ ਇਹ ਜਿਹੜੀ ਧਰਤੀ ਹੈ, ਸਾਇੰਸਦਾਨਾਂ ਦੇ ਮੁਤਾਬਕ ਇਹ ਪਾਣੀ ਵਿੱਚ ਤੈਰ ਰਹੀ ਹੈ। ਪਾਣੀ ਵਧੇਰੇ ਮਾਤਰਾ ਵਿੱਚ ਹੈ ਅਤੇ ਧਰਤੀ ਉਹਦੇ ਮੁਕਾਬਲੇ 'ਤੇ ਬਹੁਤ ਛੋਟੀ ਹੈ। ਜਿਵੇਂ ਦਰਿਆ ਵਿੱਚ ਬੇੜੀ ਤਰਦੀ, ਇਉਂ ਧਰਤੀ ਤਰ ਰਹੀ ਹੈ। ਤੇਨ ਕਲਾ ਸੰਭੰ ਸਰੋਵਰੰ, ਉਹ ਸਮੁੰਦਰ ਦੇ ਪਾਣੀ ਨੂੰ ਜਿਹਦੇ ਵਿੱਚ ਧਰਤੀ ਖਲੋਤੀ ਹੈ, ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਸਹਾਰਾ ਦਿੱਤਾ ਹੋਇਆ ਹੈ ਨਾ। ਨਾਨਕ ਨਹਿ ਛਜੰਤ ਤਰੰਗ ਤੋਇਣ, ਉਹ ਜਿਹੜੀਆਂ ਤੋਇਣਾਂ ਦਾ ਅਰਥ ਹੈ ਪਾਣੀ, ਜਿਹੜੀਆਂ ਪਾਣੀ ਦੀਆਂ ਲਹਿਰਾਂ ਨੇ, ਸਾਗਰ ਦੀਆਂ ਲਹਿਰਾਂ ਨੇ, ਉਹ ਉਸ ਧਰਤੀ ਨੂੰ ਛਜੰਤ ਨਾਸ ਨਹੀਂ ਕਰ ਸਕਦੀਆਂ। ਹੁਣ ਜੇ ਵਾਹਿਗੁਰੂ ਚਾਹੇ ਪਾਣੀ ਧਰਤੀ ਨੂੰ ਡੁਬੋ ਵੀ ਸਕਦਾ, ਪਰ ਵਾਹਿਗੁਰੂ ਦੀ ਸ਼ਕਤੀ ਦੇ ਆਸਰੇ ਇਹ ਸਰੋਵਰ, ਇਹ ਸਮੁੰਦਰ ਖੜਾ ਹੈ। ਇਹ ਸਮੁੰਦਰ ਦੀਆਂ ਲਹਿਰਾਂ ਧਰਤੀ ਦਾ ਕੋਈ ਨੁਕਸਾਨ ਨਹੀਂ ਕਰ ਸਕਦੀਆਂ। ਅੰਤਰੀਵ ਅਰਥ ਇਹ ਵੀ ਹੈ, ਆ ਜਿਹੜਾ ਸੰਸਾਰ ਸਮੁੰਦਰ ਹੈ, ਇਹ ਵੀ ਵਾਹਿਗੁਰੂ ਦੀ ਸ਼ਕਤੀ ਦੀ ਆਸਰੇ ਖੜਾ ਹੈ। ਅਤੇ ਜਿਹੜੇ ਰੱਬ ਦੇ ਪਿਆਰੇ ਉਸ ਵਾਹਿਗੁਰੂ ਦੀ ਸ਼ਰਨ ਲੈਂਦੇ ਨੇ, ਉਹਦੀ ਭਗਤੀ ਕਰਦੇ ਨੇ, ਉਹਦਾ ਨਾਮ ਜਪਦੇ ਹਨ, ਅਤੇ ਇਸ ਸਾਗਰ ਦੀਆਂ ਲਹਿਰਾਂ, ਭਾਵ ਵਾਸ਼ਨਾਵਾਂ ਨੇ, ਜਾਂ ਸਾਡੇ ਮਨ ਦੇ ਅੰਦਰ ਸੰਕਲਪ ਵਿਕਲਪ ਉੱਠਦੇ ਰਹਿੰਦੇ ਨੇ, ਉਹ ਲਹਿਰਾਂ ਸੰਕਲਪ ਵਿਕਲਪ ਜੀਵ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ। ਗੁਸਾਈ ਗ੍ਰੇਫਟ ਰੂਪੇਣ ਸਿਮਰਣੰ ਸਰਬੱਤਰ ਜੀਵਨ ਹੈ। ਗਰੀਬਨ ਵਾਸ ਸਤਿਗੁਰੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਨੇ। ਕੀ ਆਖਦੇ ਨੇ? ਗੁਸਾਈ ਗ੍ਰਿਸ਼ਟ ਰੂਪੇਣ, ਗੁਸਾਈ ਉਹ ਪ੍ਰਿਥਵੀ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਗ੍ਰਿਸ਼ਟ ਰੂਪੇਣ, ਗ੍ਰਿਸ਼ਟ ਤੋਂ ਭਾਵ ਹੈ ਬਹੁਤ ਨਿੱਗਰ, ਬੜਾ ਠੋਸ ਅਤੇ ਬਹੁਤ ਵਿਸ਼ਾਲ ਅਤੇ ਵੈਰਾਟ ਰੂਪ ਵਾਲਾ ਹੈ। ਗ੍ਰਿਸ਼ਟ ਤੋਂ ਭਾਵ ਹੈ ਭਾਰੀ, ਭਾਰੀ ਤੋਂ ਭਾਵ ਬਹੁਤ ਤਾਕਤਵਰ, ਬਹੁਤ ਤਕੜਾ। ਗੁਸਾਈ ਗ੍ਰਿਸ਼ਟ ਰੂਪੇਣ, ਉਹ ਗੁਸਾਈ ਪ੍ਰਿਥਵੀ ਦਾ ਮਾਲਕ ਵਾਹਿਗੁਰੂ ਬਹੁਤ ਭਾਰੀ ਸਰੂਪ ਵਾਲਾ ਹੈ। ਸਿਮਰਨੰ ਸਰਬੱਤਰ ਜੀਵਨ ਹੈ, ਅਤੇ ਸਾਰੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ। ਅਤੇ ਜਿਹੜੇ ਜਿਹੜੇ ਸਿਮਰਨ ਕਰਦੇ ਹਨ ਅਤੇ ਵਾਹਿਗੁਰੂ ਪਰਮੇਸ਼ਰ ਉਹਨਾਂ ਦੀ ਹਰ ਇੱਛਾ ਪੂਰੀ ਕਰਦਾ ਹੈ। ਲਬਦਿਆਂ ਸੰਤ ਸੰਗੀਨ ਨਾਨਕ ਸਵਛ ਮਾਰਗ ਹਰ ਭਗਤਨ ਹੈ। ਗਰੀਬਨ ਵਾਸ ਸਤਿਗੁਰੂ ਜੀ ਫਰਮਾਉਂਦੇ ਨੇ, ਅਨਵੇਂ ਕਰਕੇ ਅਰਥ ਲੱਗੇਗਾ ਸਵਛ ਮਾਰਗ ਹਰ ਭਗਤਨ ਹੈ। ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੀ ਪਾਓ ਭਗਤੀ ਦਾ ਸਵਛ ਉਜਲ ਮਾਰਗ ਹੈ, ਸਵਛ ਤੋਂ ਭਾਵ ਉਜਲ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੀ ਭਾਓ ਭਗਤੀ ਦਾ ਉਜਲ ਰਸਤਾ ਹੈ। ਲਬਦੰ ਸਾਧ ਸੰਗੇਣ, ਵੀ ਇਹ ਗੁਰਮੁਖਾਂ ਦੀ ਸੰਗਤ ਵਿੱਚੋਂ ਸਾਨੂੰ ਲੱਭਦਾ। ਗੁਰਮੁਖ ਕੌਣ ਨੇ? ਜਿਨ੍ਹਾਂ ਦਾ ਮੁਖ ਗੁਰੂ ਵੱਲ ਹੁੰਦਾ। ਗੁਰਮੁਖ ਕੌਣ ਨੇ? ਜਿਹੜੇ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦਿੰਦੇ ਨੇ। ਗੁਰਮੁਖ ਕੌਣ ਨੇ? ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ। ਗੁਰਮੁਖ ਸਨਮੁਖ ਮਨਮੁਖ ਵੇਮੁਖੀਆਂ। ਗੁਰਮੁਖ ਕੌਣ ਨੇ? ਜਿਹੜੇ ਗੁਰੂ ਨੂੰ ਸਮਰਪਿਤ ਹੋ ਜਾਂਦੇ ਨੇ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ,
ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਜਿਹੜੇ ਐਸੇ ਗੁਰਮੁਖ ਵਿਅਕਤੀ ਨੇ ਉਹਨਾਂ ਨੂੰ ਸੰਤ, ਉਹਨਾਂ ਨੂੰ ਗੁਰਸਿੱਖ, ਉਹਨਾਂ ਨੂੰ ਮਹਾਂਪੁਰਖ ਕਿਹਾ ਜਾਂਦਾ ਹੈ। ਲਬਦਿ ਸੰਤ ਸੰਗੇਨ, ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਉਸ ਵਾਹਿਗੁਰੂ ਪਰਮੇਸ਼ਰ ਦੀ ਜੋ ਭਾਉ ਭਗਤੀ ਦਾ ਨਿਰਮਲ ਮਾਰਗ ਹੈ, ਨਾਨਕ ਨਿਰਮਲ ਪੰਥ ਚਲਾਇਆ, ਉਥੋਂ ਪ੍ਰਾਪਤ ਹੁੰਦਾ ਹੈ। ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲ ਕਹਿ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਅਖੀਰਲੀ ਪੰਕਤੀ ਹੈ, ਸਾਧ ਸੰਗੇਨ ਸਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ। ਵੀ ਜਿਹੜੇ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਸਾਧ ਸੰਗੇਨ ਸਮਰੰਤ ਗੋਬਿੰਦ, ਸਾਧ ਸੰਗਤ ਵਿੱਚ ਬੈਠ ਕੇ ਗੋਬਿੰਦ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਫਿਰ ਉਹਨਾਂ ਵਿੱਚ ਇੰਨੀ ਸ਼ਕਤੀ ਭਰ ਜਾਂਦੀ ਹੈ, ਇੰਨੀ ਅਜ਼ਮਤ ਆ ਜਾਂਦੀ ਹੈ। ਹਜੂਰ ਫਰਮਾਉਂਦੇ ਹਨ, ਮਸਕੰ ਭਗਨੰਤ ਸੈਲੰ। ਮਸਕੰ ਤੋਂ ਭਾਵ ਹੈ ਮੱਛਰ। ਬਈ ਮੱਛਰ ਵਿੱਚ ਇੰਨੀ ਤਾਕਤ ਆ ਜਾਂਦੀ ਹੈ, ਭਗਨੰਤ ਸੈਲੰ, ਉਹ ਪਹਾੜ ਨੂੰ ਤੋੜ ਦਿੰਦਾ। ਜਦੋਂ ਕੋਈ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦਾ, ਉਹਦੇ ਵਿੱਚ ਇੰਨੀ ਸ਼ਕਤੀ ਆ ਜਾਂਦੀ ਹੈ, ਮੱਛਰ ਪਹਾੜ ਨੂੰ ਤੋੜ ਸਕਦਾ ਹੈ। ਕਰਦਮੰ ਤੁਰੰਤ ਪਪੀਲ ਕਹਿ। ਪਪੀਲ ਕਹਿ ਦਾ ਅਰਥ ਹੈ ਕੀੜੀ। ਜਦੋਂ ਵਾਹਿਗੁਰੂ ਦਾ ਸਿਮਰਨ ਕਰਦੀ ਹੈ ਤੇ ਕੀੜੀ ਵੀ ਕਰਦਮੰ ਤੁਰੰਤ, ਕਰਦਮੰ ਦਾ ਅਰਥ ਹੈ ਚਿੱਕੜ, ਦਲਦਲ, ਗਾਰਾ। ਕੀੜੀ ਵੀ ਬਈ ਉਹ ਚਿੱਕੜ ਨੂੰ, ਦਲਦਲ ਨੂੰ, ਗਾਰੇ ਦੇ ਉਸ ਵੱਡੇ ਦਰਿਆ ਨੂੰ ਤਰ ਜਾਂਦੀ ਹੈ। ਇਹ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਨਾ, ਤੇ ਫਿਰ ਸਭ ਕੁਝ ਹੋ ਜਾਂਦਾ ਹੈ। ਸਾਗਰੰ ਲਗੰਤ ਪਿੰਗੰ ਤਮ ਪਰਗਾਸ ਅੰਧ ਕਹਿ। ਲਓ, ਜਦੋਂ ਕੋਈ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦਾ, ਉਹਦੇ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਸਾਗਰੰ ਲਗੰਤ ਪਿੰਗੰ, ਪਿੰਗੰ ਦਾ ਅਰਥ ਹੈ ਪਿੰਗਲਾ। ਪਿੰਗਲਾ ਉਸ ਨੂੰ ਕਹਿੰਦੇ ਨੇ ਜਿਹਦੇ ਪੈਰ ਨਾ ਹੋਣ, ਤੁਰਨ ਦੀ ਸਮਰੱਥਾ ਨਾ ਹੋਵੇ। ਸਾਗਰੰ ਲਗੰਤ ਪਿੰਗੰ, ਉਹ ਵੀ ਸਮੁੰਦਰ ਨੂੰ ਪਾਰ ਲੰਘ ਜਾਂਦਾ। ਤਮ ਪ੍ਰਗਾਸ ਅੰਧ ਕਹਿ, ਜਿਹੜਾ ਅੰਨਾ ਹੁੰਦਾ ਹੈ ਤੇ ਉਹਨੂੰ ਵੀ ਹਨੇਰੇ ਵਿੱਚ ਚਾਨਣ ਦਿਖਾਈ ਦੇਣ ਲੱਗ ਜਾਂਦਾ। ਤਮ ਪ੍ਰਗਾਸ ਅੰਧ ਕਹਿ, ਅੰਨੇ ਮਨੁੱਖ ਨੂੰ ਹਨੇਰੇ ਵਿੱਚ ਚਾਨਣ ਦਿਖਾਈ ਦੇਣ ਲੱਗ ਜਾਂਦਾ। ਕਦੋਂ? ਅੱਗੇ ਫਰਮਾਉਂਦੇ ਹਨ, ਸਾਧ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰ ਹਰ ਹਰੇ। ਲਓ, ਜਦੋਂ ਕੋਈ ਵੀ ਮਨੁੱਖ ਸਾਧ ਸੰਗਤ ਵਿੱਚ ਬੈਠ ਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਰਹਿ ਕੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਤਿੰਨੇ ਕਾਲਾਂ ਦੇ ਵਿੱਚ ਸਿਮਰੰਤ ਗੋਬਿੰਦ, ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਫਿਰ ਉਹਨਾਂ ਨੂੰ ਆ ਸ਼ਕਤੀ ਪ੍ਰਾਪਤ ਹੋ ਜਾਂਦੀ। ਅੰਤਰੀ ਭਾਵੇ ਮਸਕੰ ਭਗਨੰਤ ਸੈਲੰ, ਜਿਹੜਾ ਮੱਛਰ ਵਾਂਗੂ ਤੁਛ ਜਿਹਾ ਜੀਵ ਹੈ, ਇਹ ਅਗਿਆਨ ਰੂਪੀ ਪਹਾੜ ਨੂੰ ਅਥਵਾ ਹੰਕਾਰ ਰੂਪੀ ਪਰਬਤ ਨੂੰ ਤੋੜਨ ਦੇ ਸਮਰੱਥ ਹੋ ਜਾਂਦਾ। ਨਾਮ ਦੀ ਸ਼ਕਤੀ ਨਾਲ, ਗਿਆਨ ਦੀ ਸ਼ਕਤੀ ਨਾਲ ਜਿਹੜਾ ਕਮਜ਼ੋਰ ਜੀਵ ਹੈ ਮੱਛਰ ਵਾਂਗੂ, ਉਹ ਅਗਿਆਨ ਦੇ ਪਹਾੜ ਨੂੰ ਤੇ ਹੰਕਾਰ ਦੇ ਪਰਬਤ ਨੂੰ ਤੋੜ ਸਕਦਾ। ਕਰਦਮੰ ਤੁਰੰਤ ਪਪੀਲਕਾ, ਪਪੀਲਕਾ ਤੋਂ ਭਾਵ ਹੈ ਜਿਹੜੀ ਬਿਲਕੁਲ ਛੋਟੀ ਕੀੜੀ ਹੈ, ਉਸ ਕੀੜੀ ਵਾਂਗੂ ਜਿਹੜੇ ਬਿਲਕੁਲ ਕਮਜ਼ੋਰ ਜੀਵ ਨੇ। ਕਰਦਮੰ ਤੁਰੰਤ, ਉਹ ਵਿਸ਼ਿਆਂ ਦੇ ਚਿੱਕੜ ਨੂੰ ਅਥਵਾ ਨਸ਼ਿਆਂ ਦੇ ਚਿੱਕੜ ਨੂੰ ਪਾਰ ਲੰਘ ਜਾਂਦੇ ਨੇ ਜਦੋਂ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਸਾਗਰੰ ਲਗੰਤ ਪਿੰਗੰ, ਜਿਹੜੇ ਸਾਧਨਾ ਰੂਪੀ ਪੈਰਾਂ ਤੋਂ ਰਹਿਤ ਨੇ, ਪਿੰਗਲੇ ਨੇ, ਉਹ ਵੀ ਭਵ ਸਾਗਰ ਤੋਂ ਪਾਰ ਲੰਘ ਜਾਂਦੇ ਨੇ। ਤਮ ਪ੍ਰਗਾਸ ਅੰਧ ਕਹਿ, ਜਿਹੜੇ ਮਾਨਸਿਕ ਤੌਰ 'ਤੇ ਅੰਨੇ ਨੇ, ਜਿਨ੍ਹਾਂ ਨੂੰ ਸੰਸਾਰ ਹੀ ਦਿਸਦਾ ਪਰ ਨਿਰੰਕਾਰ ਦਿਖਾਈ ਨਹੀਂ ਦਿੰਦਾ, ਜਿਨ੍ਹਾਂ ਨੂੰ ਦੁਨੀਆ ਹੀ ਦਿਸਦੀ ਹੈ ਪਰ ਰੱਬ ਦੀ ਦਰਗਾਹ ਦਿਖਾਈ ਨਹੀਂ ਦਿੰਦੀ,
ਜਿਹੜੇ ਇਹੋ ਜਿਹੇ ਲੋਕ ਨੇ ਤਮ ਪ੍ਰਗਾਸ ਅੰਧਕ ਹੈ। ਮਾਨਸਿਕ ਤੌਰ 'ਤੇ ਅੰਨੇ ਲੋਕਾਂ ਦੇ ਮਨ ਦੇ ਅੰਦਰ ਮੋਹ ਮਾਇਆ ਦਾ ਅਗਿਆਨ ਦਾ ਹਨੇਰਾ ਛਾਇਆ ਹੋਇਆ ਅਤੇ ਉਹਨਾਂ ਨੂੰ ਉਸ ਹਨੇਰੇ ਵਿੱਚ ਪ੍ਰਕਾਸ਼ ਦੀ ਕਿਰਨ ਦਿਖਾਈ ਦਿੰਦੀ ਹੈ। ਭਾਵ ਉਹਨਾਂ ਨੂੰ ਆਤਮਿਕ ਗਿਆਨ ਅਤੇ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ। ਤਿਲਕ ਹੀਣੰ ਜਥਾ ਬਿਪਰਾ ਅਮਰ ਹੀਣੰ ਜਥਾ ਰਾਜਨ ਹੈ। ਇਹ ਗੱਲਾਂ ਕਦੋਂ ਹੁੰਦੀਆਂ ਨੇ? ਸਾਧ ਸੰਗੇਨ ਸਿਮਰੰਤ ਗੋਬਿੰਦ ਸਰਨ ਨਾਨਕ ਹਰਿ ਹਰਿ ਹਰਿ। ਜਦੋਂ ਮਨੁੱਖ ਸਾਧ ਸੰਗਤ ਵਿੱਚ ਆ ਕੇ ਗੋਬਿੰਦ ਦੀ ਸ਼ਰਨ ਲੈ ਕੇ ਅਤੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਾਹਿਗੁਰੂ ਦਾ ਸਿਮਰਨ ਕਰਦਾ, ਫਿਰ ਇਹ ਸ਼ਕਤੀ ਪ੍ਰਾਪਤ ਹੁੰਦੀ ਹੈ। ਹੁਣ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜੇ ਦੁਨੀਆ ਵਿੱਚ ਆਪਣੇ ਆਪ ਨੂੰ ਭਗਤ ਅਖਵਾਉਂਦੇ ਨੇ, ਰੱਬ ਦੇ ਉਪਾਸ਼ਕ ਸਦਵਾਉਂਦੇ ਨੇ, ਅਤੇ ਜੇ ਉਹਨਾਂ ਦੇ ਵਿੱਚ ਧਰਮ ਨਹੀਂ ਨਾ ਹੈ, ਧਰਮ ਕਿਸ ਨੂੰ ਕਹਿੰਦੇ ਨੇ? ਤ੍ਰੀ ਸੰਸਕ੍ਰਿਤ ਦਾ ਸ਼ਬਦ ਹੈ, ਤ੍ਰੀ ਧਾਤੂ ਤੋਂ ਧਰਮ ਸ਼ਬਦ ਬਣਿਆ। ਤ੍ਰੀ ਦਾ ਅਰਥ ਹੁੰਦਾ ਧਾਰਨ ਯੋਗ। ਧਰਮ ਦਾ ਅਰਥ ਵੀ ਧਾਰਨ ਯੋਗ ਇੱਕ ਵਸਤੂ ਹੈ। ਜਿਹੜੀ ਧਾਰਨ ਯੋਗ ਵਸਤੂ ਹੋਵੇ ਉਹਨੂੰ ਧਰਮ ਕਿਹਾ ਜਾਂਦਾ ਹੈ। ਧਰਮ ਧਾਰਨ ਯੋਗ ਵਸਤੂ। ਦੂਸਰਾ, ਧਰਮ ਦੇ ਅਸੂਲ ਨੇ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਇਸੇ ਤਰ੍ਹਾਂ ਬਾਣੀ ਅਤੇ ਬਾਣੀ ਦੀ ਰਹਿਤ, 5 ਬਾਣੀਆਂ ਦਾ ਨਿਤਨੇਮ, ਰਹਿ ਰਸ ਕੀਰਤਨ ਸੋਹਿਲਾ ਪੜ੍ਹਨਾ, ਹੋਰ ਬਾਣੀ ਜਿੰਨੀ ਪੜ੍ਹੀ ਜਾਵੇ ਵੱਧ ਤੋਂ ਵੱਧ ਪੜ੍ਹਨੀ, ਅਤੇ ਨਾਲ 5 ਕਕਾਰਾਂ ਦੀ ਰਹਿਤ ਰੱਖਣੀ। ਇਹ ਸਿੱਖ ਧਰਮ ਦੇ ਅਸੂਲ ਨੇ। ਸੇਵਾ, ਸਿਮਰਨ, ਤਿਆਗ ਅਤੇ ਕੁਰਬਾਨੀ, ਇਹਨਾਂ ਨੂੰ ਧਾਰਨ ਕਰਨਾ। ਅਤੇ ਹੁਣ ਆਰੰਭ ਤੋਂ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਤਿਲਕ ਹੀਣੰ ਜਥਾ ਬਿਪਰਾ। ਜਿਵੇਂ ਕੋਈ ਬ੍ਰਾਹਮਣ ਤਿਲਕ ਤੋਂ ਹੀਣਾ ਹੋਵੇ ਅਤੇ ਉਹਨੂੰ ਬ੍ਰਾਹਮਣ ਨਹੀਂ ਮੰਨਿਆ ਜਾ ਸਕਦਾ। ਬ੍ਰਾਹਮਣ ਦੀ ਨਿਸ਼ਾਨੀ ਹੀ ਉਹਦੇ ਮੱਥੇ ਵਿੱਚ ਚੰਦਨ ਦਾ ਤਿਲਕ ਲਾਇਆ ਹੁੰਦਾ, ਜਾਂ ਕੋਈ ਕੇਸਰ ਦਾ ਵੀ ਲਾ ਲੈਂਦੇ ਨੇ। ਸੋ ਰਹੁ ਵਿਚਾਰ, ਜਿਵੇਂ ਕਿਸੇ ਬ੍ਰਾਹਮਣ ਦੇ ਮੱਥੇ ਵਿੱਚ ਤਿਲਕ ਨਾ ਲਾਇਆ ਹੋਵੇ ਅਤੇ ਉਸ ਬ੍ਰਾਹਮਣ ਦੀ ਪਛਾਣ ਖਤਮ ਹੋ ਜਾਂਦੀ ਹੈ, ਪਤਾ ਨਹੀਂ ਲੱਗਦਾ ਕੌਣ ਹੈ। ਇਸੇ ਤਰ੍ਹਾਂ ਦੂਜੀ ਉਦਾਹਰਣ ਸਤਿਗੁਰੂ ਮਹਾਰਾਜ ਦਿੰਦੇ ਹਨ, ਤਿਲਕ ਹੀਣੰ ਜਥਾ ਬਿਪਰਾ ਅਮਰ ਹੀਣੰ ਜਥਾ ਰਾਜਨ। ਜਿਵੇਂ ਕੋਈ ਹੋਵੇ ਤਾਂ ਰਾਜਾ, ਪਰ ਉਹਦਾ ਕੋਈ ਹੁਕਮ ਨਾ ਮੰਨੇ, ਉਹ ਕਾਹਦਾ ਰਾਜਾ? ਜਿਹਦਾ ਹੁਕਮ ਹੀ ਨਹੀਂ ਚੱਲਦਾ ਉਹ ਰਾਜਾ ਕਿਵੇਂ ਹੋ ਸਕਦਾ? ਇਸੇ ਤਰ੍ਹਾਂ ਗਰੀਬਨ ਵਾਜ ਸਤਿਗੁਰੂ ਜੀ ਦ੍ਰਿਸ਼ਟਾਂਤ ਦੇ ਰਹੇ ਹਨ। ਆਵਦ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸਨ ਵਹਿ। ਇਸੇ ਤਰ੍ਹਾਂ ਆਵੋ ਦਾ ਅਰਥ ਹੈ ਹਥਿਆਰ, ਆਵੋ ਦਾ ਅਰਥ ਹੈ ਸ਼ਸਤਰ। ਜਿਵੇਂ ਸ਼ਸਤਰਾਂ ਤੋਂ ਬਿਨਾਂ ਸੂਰਮਾ ਵੀ ਕਿਸੇ ਕੰਮ ਦਾ ਨਹੀਂ ਹੁੰਦਾ। ਨਾਨਕ ਧਰਮ ਹੀਣੰ ਤਥਾ ਬੈਸਨ ਵਹਿ। ਬੈਸਨ ਵਹਿ ਦਾ ਅਰਥ ਵੀ ਵੈਸ਼ਨੂੰ। ਵੈਸੇ ਵਿਸ਼ਨੂੰ ਇੱਕ ਦੇਵਤਾ ਮੰਨਿਆ, ਪਰ ਗੁਰਮਤਿ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਵਿਸ਼ਨੂੰ ਆਖਿਆ ਗਿਆ। ਵਿਸ਼ਨੂੰ ਦਾ ਅਰਥ ਮਹਾਂਪੁਰਖ ਹੀ ਕਰਦੇ ਸਨ। ਵਿਸ ਕਹਿੰਦੇ ਨੇ ਸੰਸਾਰ ਨੂੰ, ਸੰਸਾਰ ਦੀ ਚੇਸ਼ਟਾ ਕਰਾਉਣ ਵਾਲਾ ਅਕਾਲ ਪੁਰਖ ਹੈ। ਅਸਲੀ ਰੱਬ ਦਾ ਭਗਤ ਉਹੀ ਹੈ ਜਿਹੜਾ ਧਰਮ ਦੇ ਸਹਿਤ ਹੋਵੇ। ਜੇ ਧਰਮ ਹੀ ਨਹੀਂ, ਉਹ ਕਾਹਦਾ ਰੱਬ ਦਾ ਭਗਤ ਹੈ? ਉਹ ਨਹੀਂ ਭਗਤ ਹੋ ਸਕਦਾ। ਇਸ ਲਈ ਧਰਮ ਤੋਂ ਹੀਣਾ ਕਦੀ ਵੀ ਨਹੀਂ ਸਾਨੂੰ ਰਹਿਣਾ ਚਾਹੀਦਾ। ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਦਾ ਹੁਕਮ ਹੈ, ਪੀਵੋ ਪਾਹੋ ਲਖੰਡ ਧਾਰ ਹੋਏ ਜਨਮ ਸੁਹੇਲਾ। ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਸਿੱਖ ਧਰਮ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ ਬਾਣੀ ਦੀ ਰਹਿਤ ਵਿੱਚ ਪਰਪੱਕ ਰਹਿਣਾ, ਕੁਰੈਤਾਂ ਤੋਂ ਬਚਣਾ, ਇਹੀ ਸਾਨੂੰ ਆਗਿਆ ਦੇ ਰਿਹਾ।
ਹਾਜ਼ੂਰ ਕਹਿੰਦੇ ਵੀ ਜੇ ਹੁਣ ਧਰਮ ਤੋਂ ਹੀਣਾ ਰੱਬ ਦਾ ਭਗਤ ਹੈ ਉਹ ਵੀ ਪ੍ਰਵਾਨ ਨਹੀਂ ਹੋ ਸਕਦਾ। ਇਸੇ ਲਈ ਸਾਨੂੰ ਧਰਮੀ ਬਣਨਾ ਜ਼ਰੂਰੀ ਹੈ। ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਹਨ ਵੀ ਜਿਹੜਾ ਅਸਲੀ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ ਹੈ। ਪਿੱਛੇ ਆਖਿਆ ਸੀ ਨਾ, ਨਾਨਕ ਧਰਮਹੀਣ ਤਥਾ ਬੈਸਨਵ ਹੈ। ਵਿਸ਼ਨੂੰ ਇੱਕ ਦੇਵਤਾ ਹੈ ਜਿਸ ਦੇ ਬਾਰੇ ਧਰਮ ਗ੍ਰੰਥਾਂ ਦੇ ਵਿੱਚ, ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ, ਉਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਵੀ ਉਹ ਚਤੁਰਭੁਜੀ ਹੈ, 4 ਉਸਦੀਆਂ ਬਾਹਾਂ ਨੇ ਅਤੇ ਉਹਦੇ ਵਿੱਚ ਵੱਖੋ ਵੱਖਰੇ ਉਹਨੇ ਸ਼ਸਤਰ ਅਤੇ ਸਮਾਨ ਪਕੜੇ ਹੋਏ ਨੇ। ਇੱਕ ਹੱਥ ਵਿੱਚ ਉਹਨੇ ਸੰਖ ਪਕੜਿਆ ਹੋਇਆ ਹੈ, ਦੂਸਰੇ ਹੱਥ ਵਿੱਚ ਸੁਦਰਸ਼ਨ ਚੱਕਰ ਪਕੜਿਆ ਹੋਇਆ ਹੈ, ਤੀਜੇ ਹੱਥ ਵਿੱਚ ਉਸਨੇ ਗਦਾ ਫੜੀ ਹੋਈ ਹੈ, ਚੌਥੇ ਹੱਥ ਵਿੱਚ ਉਸਨੇ ਕਮਲ ਦਾ ਫੁੱਲ ਪਕੜਿਆ ਹੋਇਆ। ਇਸ ਤਰ੍ਹਾਂ ਦਾ ਵਿਸ਼ਨੂੰ ਦਾ ਰੂਪ ਵਰਣਨ ਕੀਤਾ ਗਿਆ। ਉਹਦਾ ਸਾਂਵਲਾ ਰੰਗ ਹੈ, ਪੀਲੇ ਰੰਗ ਦੇ ਉਹਦੇ ਕੱਪੜੇ ਪਾਏ ਹੋਏ ਨੇ, ਬੇਜੰਤੀ ਮਾਲਾ ਵੀ ਗਲ ਵਿੱਚ ਪਾਈ ਹੋਈ ਹੈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਨੇ ਪੁੱਛਿਆ, ਕੀ ਮਹਾਰਾਜ ਜਿਹੜਾ ਵਿਸ਼ਨੂੰ ਦਾ ਰੂਪ ਬਿਆਨ ਕੀਤਾ ਹੋਇਆ ਹੈ ਹਿੰਦੂ ਮਤ ਦੇ ਧਰਮ ਗ੍ਰੰਥਾਂ ਦੇ ਵਿੱਚ, ਕੀ ਰੱਬ ਦਾ ਅਸਲੀ ਰੂਪ ਉਹੀ ਹੈ? ਤਾਂ ਹਾਜ਼ੂਰ ਕਹਿੰਦੇ, ਭਾਈ ਨਹੀਂ, ਸੁਣੋ, ਨਾ ਸੰਖੰ, ਜਿਹੜਾ ਅਸਲੀ ਵਾਹਿਗੁਰੂ ਦਾ ਸਰੂਪ ਹੈ ਉਹਦੇ ਹੱਥ ਵਿੱਚ ਸੰਖ ਨਹੀਂ ਪਕੜਿਆ ਹੋਇਆ, ਨਾ ਚੱਕਰੰ, ਨਾ ਹੀ ਸੁਦਰਸ਼ਨ ਚੱਕਰ ਪਕੜਿਆ ਹੋਇਆ, ਨਾ ਗਦਾ, ਨਾ ਕਮੁਦਨੀ ਗਦਾ ਪਕੜੀ ਹੋਈ ਹੈ, ਅਤੇ ਨਾ ਸਿਆਮੰ, ਅਤੇ ਨਾ ਹੀ ਉਹਦਾ ਰੰਗ ਸਾਂਵਲਾ ਹੈ। ਅਸਚਰਜ ਰੂਪੰ ਰਹੰਤ ਜਨਮੰ। ਉਹ ਵਾਹਿਗੁਰੂ ਜਨਮਾਂ ਤੋਂ ਰਹਿਤ ਹੈ। ਸਭ ਦੇਵੀ ਦੇਵਤੇ ਸਮੇਂ ਨਾਲ ਪੈਦਾ ਹੁੰਦੇ ਨੇ ਅਤੇ ਸਮੇਂ ਨਾਲ ਉਮਰ ਪੋ ਕੇ ਉਹ ਵੀ ਮੌਤ ਦੇ ਵੱਸ ਹੋ ਜਾਂਦੇ ਨੇ। ਇਹ ਤਾਂ ਕਲਗੀਧਰ ਪਾਤਸ਼ਾਹ ਨੇ ਬੜਾ ਸਪਸ਼ਟ ਲਿਖਿਆ ਹੋਇਆ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ, 14 ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ। ਹਾਜ਼ੂਰ ਅੱਗੇ ਫਰਮਾਉਂਦੇ ਨੇ, ਰਾਮ ਰਹੀਮ ਉਬਾਰ ਨਾ ਸਕ ਹੈ, ਜਾ ਕਰ ਨਾਮ ਰਟਾ ਹੈ, ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ ਤੇ ਬਸ ਕਾਲ ਸਭੈ ਹੈ। ਕੀ ਭੁਲੇਖਾ ਹੁਣ ਇਹਦੇ ਵਿੱਚ ਰਹਿ ਗਿਆ? ਸਭ ਦੇਵੀ ਦੇਵਤੇ ਕਾਲ ਦੇ ਵਸ ਨੇ। ਪਰ ਹਾਜ਼ੂਰ ਕਹਿੰਦੇ ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਜਨਮ ਤੋਂ ਰਹਿਤ ਹੈ। ਜਿਹੜਾ ਜਨਮ ਤੋਂ ਰਹਿਤ ਹੋਵੇ ਤੇ ਮਰਨ ਤੋਂ ਵੀ ਉਹੀ ਬਚ ਸਕਦਾ ਹੈ। ਜਿਹੜਾ ਜੰਮਿਆ ਉਹਨੇ ਤੇ ਮਰਨਾ ਹੀ ਮਰਨਾ। ਜਨਮ ਤੋਂ ਹੀ ਮੌਤ ਦਾ ਸਾਇਆ ਸਾਡੇ ਸਿਰ ਉੱਤੇ ਖੜਾ ਹੋ ਜਾਂਦਾ। ਇਸੇ ਲਈ ਹਾਜ਼ੂਰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸਰੂਪ ਹੈ ਅਸਚਰਜ ਰੂਪੋਂ, ਉਹ ਬੜਾ ਅਸਚਰਜ ਹੈ। ਜਿਹੜਾ ਵਾਹਿਗੁਰੂ ਨਾਮ ਹੈ ਇਹਦੇ ਅਰਥ ਭਾਈ ਸੰਤੋਖ ਸਿੰਘ ਜੀ ਨੇ ਕੀਤੇ ਨੇ। ਵਾਹੇ ਨਾਮ ਅਚਰਜ ਕੋ ਹੋਈ, ਅਚਰਜ ਤੇ ਪਰ ਉਕਤ ਨਾ ਕੋਈ, ਗੋਤਮ ਨਾਮ ਅਗਿਆਨ ਅਨੈਤ, ਰੂਪ ਪ੍ਰਕਾਸ਼ ਕੀਆ ਜਨਚਿਤ। ਵਾਹੇ ਦਾ ਅਰਥ ਹੈ ਅਸਚਰਜ ਰੂਪ ਹੈ ਵਾਹਿਗੁਰੂ, ਜਿਸ ਨੂੰ ਵੇਖ ਕੇ ਆਦਮੀ ਨੂੰ ਹੋਰ ਕੁਛ ਕਹਿਣ ਵਾਸਤੇ ਸੁਝਦਾ ਹੀ ਨਹੀਂ, ਉਹਨੂੰ ਸਮਝ ਹੀ ਨਹੀਂ ਆਉਂਦੀ ਮੈਂ ਹੁਣ ਇਹਦੀ ਕਿਵੇਂ ਤਾਰੀਫ ਕਰਾਂ, ਇਹਦੇ ਬਾਰੇ ਕਿਵੇਂ ਕੁਛ ਬਿਆਨ ਕਰਾਂ। ਐਸਾ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ ਜੋ ਬੜਾ ਅਸਚਰਜ ਹੈ। ਨੇਤ ਨੇਤ ਕਥੰਤ ਵੇਦਾ। ਲਓ, ਜਿਹੜੇ 4 ਵੇਦ ਨੇ ਹਿੰਦੂ ਮਤ ਦੇ ਧਰਮ ਗ੍ਰੰਥ, ਸਰਬੋਤਮ ਗਿਆਨ ਦੇ ਗ੍ਰੰਥ 4 ਵੇਦ ਨੇ, ਜਿਨ੍ਹਾਂ ਨੂੰ ਈਸ਼ਵਰੀ ਬਾਣੀ ਵੀ ਉਹ ਕਹਿੰਦੇ ਨੇ। ਨੇਤ ਨੇਤ ਕਥੰਤ ਵੇਦਾ, ਉਹ ਵੇਦ ਵੀ ਉਸ ਨੂੰ ਨੇਤ ਨੇਤ ਕਹਿੰਦੇ ਨੇ। ਨੇਤ ਦਾ ਅਰਥ ਕੀਤਾ ਹੈ ਬੇਅੰਤ ਬੇਅੰਤ, ਜਾਂ ਨੇਤ ਦਾ ਅਰਥ ਨਾ ਇਤੀ ਕਾਰਨਾ, ਨਾ ਇਤੀ ਸੂਖਮਾ, ਨਾ ਇਤੀ ਕਾਰਨਾ, ਨਾ ਇਤੀ ਕਾਰਜਾ, ਨਾ ਇਤੀ ਸੂਖਮਾ, ਨਾ ਇਤੀ ਅਸੂਲਾ। ਭਾਵ ਜਿਹੜੇ ਵੇਦ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਇਹ ਕਹਿੰਦੇ ਨੇ ਵੀ ਉਹ ਵਾਹਿਗੁਰੂ ਬੇਅੰਤ ਬੇਅੰਤ ਹੈ। ਊਚ ਮੂਚ ਅਪਾਰ ਗੋਬਿੰਦ ਹੈ। ਉਹ ਵਾਹਿਗੁਰੂ ਸਭ ਤੋਂ ਉੱਚਾ ਹੈ, ਮੂਚ ਸਭ ਤੋਂ ਵੱਡਾ ਹੈ, ਅਪਾਰ ਪਾਰਾਵਾਰ ਤੋਂ ਰਹਿਤ ਹੈ, ਗੋਬਿੰਦ ਹੈ,
ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ। ਬਸੰਤ ਸਾਧ ਰਿਦਿਅੰ ਅਚੁੱਤ ਬੁਝੰਤ ਨਾਨਕ ਬੜ ਭਾਗੀ ਹੈ। ਫਿਰ ਉਹ ਅਚੁੱਤ ਅਗੜ ਸਰੂਪ ਵਾਹਿਗੁਰੂ ਪਰਮੇਸ਼ਰ ਰਹਿੰਦਾ ਕਿੱਥੇ ਹੈ? ਬਸੰਤ ਸਾਧ ਰਿਦਿਅੰ। ਉਹ ਭਾਈ ਸਾਧ ਜਿਹੜੇ ਗੁਰਮੁਖ ਬੰਦੇ ਨੇ, ਬ੍ਰਹਮ ਗਿਆਨੀ ਨੇ, ਉਹਨਾਂ ਦੇ ਹਿਰਦੇ ਵਿੱਚ ਵਸਦਾ। ਪਹਿਲਾਂ ਵੀ ਇੱਕ ਦਿਨ ਵਿਚਾਰ ਹੋਈ ਸੀ, ਗੁਰੂ ਮਹਾਰਾਜ ਨੇ ਇਹ ਵੀ ਆਖਿਆ ਸੀ ਬਸੰਤ ਸਾਧ ਰਸਨਾ, ਬਈ ਵਾਹਿਗੁਰੂ ਮਹਾਂਪੁਰਖਾਂ ਦੀ ਰਸਨਾ 'ਤੇ ਵਸਦਾ। ਹਰ ਵੇਲੇ ਉਹਨਾਂ ਦੀ ਰਸਨਾ 'ਤੇ ਵਾਹਿਗੁਰੂ ਦਾ ਨਾਮ ਹੁੰਦਾ। ਜਿੱਥੇ ਨਾਮ ਹੋਵੇ ਉੱਥੇ ਨਾਮੀ ਵੀ ਨਾਲ ਹੀ ਆ ਜਾਂਦਾ। ਅਤੇ ਫਿਰ ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਹਿਰਦੇ ਵਿੱਚ ਨਾਮ ਵਸ ਜਾਂਦਾ ਅਤੇ ਰੱਬ ਵੀ ਉਹਨਾਂ ਦੇ ਹਿਰਦੇ ਵਿੱਚ ਹੀ ਆ ਕੇ ਵਸ ਜਾਂਦਾ। ਬਸੰਤ ਸਾਧ ਰਿਦਿਅੰ ਅਚੁੱਤ। ਤੀਜਾ, ਉਹਨਾਂ ਦੇ ਨੇਤਰਾਂ ਵਿੱਚ ਵੀ, ਕਿਉਂਕਿ ਸਰਬ ਜੋਤ ਤੇਰੀ ਪਸਰ ਰਹੀ, ਜਹ ਜਹ ਦੇਖਾਂ ਤੈ ਨਰ ਹਰੀ। ਉਹ ਆਪਣੀਆਂ ਅੱਖਾਂ ਦੇ ਨਾਲ ਵਾਹਿਗੁਰੂ ਈਸ਼ਰ ਨੂੰ ਦੇਖਦੇ ਨੇ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ। ਉਹਨਾਂ ਦੀ ਰਸਨਾ 'ਤੇ, ਉਹਨਾਂ ਦੇ ਹਿਰਦੇ ਵਿੱਚ, ਉਹਨਾਂ ਦੀਆਂ ਅੱਖਾਂ ਵਿੱਚ ਰੱਬ ਵਸਦਾ। ਇੱਥੇ ਹਿਰਦੇ ਦੀ ਗੱਲ ਕੀਤੀ ਹੈ। ਬਸੰਤ ਸਾਧ ਰਿਦਿਅੰ ਅਚੁੱਤ। ਉਹ ਅਗੈੜ ਸਰੂਪ ਵਾਹਿਗੁਰੂ ਉਹਨਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਵਸਦਾ ਹੈ। ਬੁਝੰਤ ਨਾਨਕ ਵਡਭਾਗੀ ਹੈ। ਜਿਹੜੇ ਵਡਭਾਗੀ ਪੁਰਸ਼ ਨੇ ਉਹ ਇਸ ਗੱਲ ਨੂੰ ਸਮਝਦੇ ਨੇ ਬਈ ਮਹਾਂਪੁਰਖਾਂ ਦੇ ਹਿਰਦੇ ਵਿੱਚ ਰੱਬ ਵਸਦਾ ਹੈ। ਵਡਭਾਗੀ ਕੌਣ ਨੇ? ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਦੇ। ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ ਜਿਹੜੇ ਗੁਰੂ ਦੇ ਚਰਨੀ ਪੈਂਦੇ ਨੇ, ਚਰਨੀ ਟੈ ਪੈਂਦੇ ਨੇ। ਅਤੇ ਫਿਰ ਉਹਨਾਂ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਵੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੁੰਦਾ। ਬ੍ਰਹਮ ਗਿਆਨੀ ਦੇ ਅੰਦਰ ਵਾਹਿਗੁਰੂ ਆਪ ਵਸਦਾ ਹੈ। ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰਹਿ। ਲੋ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਆਹ ਜਿਹੜਾ ਸੰਸਾਰ ਦਾ ਵਸੇਬਾ ਹੈ ਇਹ ਤੇ ਇਸ ਤਰ੍ਹਾਂ ਹੈ ਜਿਵੇਂ ਕੋਈ ਜੰਗਲ ਦੇ ਵਿੱਚ ਰਹਿੰਦਾ ਹੋਵੇ। ਹੁਣ ਆਪਾਂ ਤੇ ਸੰਸਾਰ ਨੂੰ ਵੱਖਰਾ ਸਮਝਦੇ ਹਾਂ ਅਤੇ ਜੰਗਲ ਨੂੰ ਵੱਖਰਾ ਸਮਝਦੇ ਹਾਂ। ਜਿੱਥੇ ਬਹੁਤਾ ਰੌਣਕ ਮੇਲਾ ਹੁੰਦਾ ਉਹ ਸੰਸਾਰ ਹੈ, ਅਤੇ ਜਿੱਥੇ ਕੁਝ ਵੀ ਨਾ ਹੋਵੇ ਉੱਥੇ ਜੰਗਲ ਹੈ। ਪਰ ਹਜ਼ੂਰ ਕਹਿੰਦੇ ਇਹ ਜਿਹੜਾ ਸੰਸਾਰ ਦਾ ਵਸਣਾ ਹੈ ਇਹ ਵੀ ਜੰਗਲ ਦਾ ਵਸੇਬਾ ਹੀ ਹੈ। ਫਿਰ ਇਹ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਕਹਿਣ ਲੱਗੇ ਵੀ ਮਹਾਰਾਜ ਜੰਗਲ ਦੇ ਵਿੱਚ ਤਾਂ ਕਈ ਤਰ੍ਹਾਂ ਦੇ ਜਾਨਵਰ ਹੁੰਦੇ ਨੇ। ਹਜ਼ੂਰ ਕਹਿੰਦੇ ਸੰਸਾਰ ਰੂਪੀ ਜੰਗਲ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਸੰਬੰਧੀ ਸਵਾਨ ਸਿਆਲ ਖਰੈ। ਇਸ ਜੰਗਲ ਦੇ ਵਿੱਚ ਸਵਾਨ ਕੁੱਤੇ ਵੀ ਰਹਿੰਦੇ ਨੇ, ਸਿਆਲ ਗਿੱਦੜ ਵੀ ਰਹਿੰਦੇ ਨੇ, ਅਤੇ ਖਰੈ ਗਧੇ ਵੀ ਹਨ। ਉਹ ਕੌਣ ਨੇ? ਸੰਬੰਧੀ, ਜਿਹੜੇ ਸਾਡੇ ਰਿਸ਼ਤੇਦਾਰ ਨੇ। ਵੀ ਉਹ ਕੁੱਤਿਆਂ ਵਾਂਗੂ, ਗਿੱਦੜਾਂ ਵਾਂਗੂ, ਗਧਿਆਂ ਵਾਂਗੂ ਉਹ ਇਸ ਜੰਗਲ ਦੇ ਵਿੱਚ ਸਾਡੇ ਨਾਲ ਵਿਚਰ ਰਹੇ ਨੇ। ਇਹ ਜਿਹੜੇ ਸ਼ਬਦ ਵਰਤੇ ਗਏ ਨੇ ਨਾ, ਇਹਨਾਂ ਤੋਂ ਅੱਗੇ ਉਹਨਾਂ ਦੇ ਸੁਭਾਵ ਨੂੰ ਗ੍ਰਹਿਣ ਕਰਨਾ। ਜਿਹੜੇ ਲੋਭੀ ਨੇ ਉਹ ਕੁੱਤਿਆਂ ਵਾਂਗ ਨੇ, ਅਤੇ ਜਿਹੜੇ ਚੁਸਤ ਚਲਾਕ ਨੇ ਅਤੇ ਡਰਪੋਕ ਨੇ ਉਹ ਗਿੱਦੜਾਂ ਵਾਂਗ ਨੇ, ਅਤੇ ਜਿਹੜੇ ਬਹੁਤੇ ਆਲਸੀ ਦਲਿਦਰੀ ਨੇ ਉਹ ਗਧਿਆਂ ਵਾਂਗ ਨੇ। ਜਿਹੜੇ ਇਹੋ ਜਿਹੇ ਸੁਭਾਵਾਂ ਦੇ ਵਿੱਚ ਵਿਚਰਨ ਵਾਲੇ ਸਾਡੇ ਸੰਬੰਧੀ ਨੇ ਉਹ ਸਾਰੇ ਜੰਗਲੀ ਜਾਨਵਰ ਹਨ। ਬਿਖਮ ਸਥਾਨ ਮਨ ਮੋਹ ਮਦਰੰ ਮਹਾ ਅਸਾਧ ਪੰਚ ਤਸਕਰ ਹੈ। ਇਹ ਸੰਸਾਰ ਦਾ ਜਿਹੜਾ ਵਸੇਬਾ ਇੱਕ ਜੰਗਲ ਦੀ ਤਰ੍ਹਾਂ ਹੈ। ਜਿਵੇਂ ਜੰਗਲ ਦੇ ਵਿੱਚ ਕਈ ਜਾਨਵਰ ਹੁੰਦੇ ਨੇ, ਇਹਦੇ ਵਿੱਚ ਵੀ ਕੁੱਤੇ, ਗਿੱਦੜ, ਗਧੇ ਸਾਡੇ ਆਲੇ ਦੁਆਲੇ ਵਿਚਰ ਰਹੇ ਨੇ। ਬਿਖਮ ਸਥਾਨ ਮਨ, ਇਹ ਜਿਹੜਾ ਸਾਡਾ ਮਨ ਹੈ ਬਹੁਤ ਬਿਖਮ ਆਸਥਾਨ, ਔਖੇ ਥਾਂ ਦੇ ਵਿੱਚ, ਬਹੁਤ ਸੰਘਣੇ ਜੰਗਲ ਦੇ ਝਿੜੇ ਦੇ ਵਿੱਚ ਫਸਿਆ ਹੋਇਆ ਹੈ। ਮੋਹ ਮਦਰੰਗ, ਉੱਥੇ ਮੋਹ ਦੀ ਸ਼ਰਾਬ ਹੈ। ਅਤੇ ਮਹਾ ਸਾਧ ਪੰਜ ਤਸਕਰ ਹੈ, ਉਹ ਸ਼ਰਾਬ ਨੂੰ ਪੀਣ ਵਾਲੇ ਪੰਜ ਚੋਰ ਜਿਨ੍ਹਾਂ ਨੂੰ ਸਾਧਨਾ ਕਾਬੂ ਕਰਨਾ ਨਾਮੁਮਕਿਨ ਹੈ। ਉਹ ਕਿਹੜੇ ਨੇ? ਜਿਨ ਮਿਲ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਉਹ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰੇ ਵਿਕਾਰ। ਇਹ ਪੰਜ ਚੋਰ ਵੀ ਰਹਿੰਦੇ ਨੇ ਇਸ ਜੰਗਲ ਦੇ ਵਿੱਚ।
ਜਿਹੜੇ ਚੋਰ ਨੇ ਵਧੇਰੇ ਜੰਗਲਾਂ 'ਚ ਹੀ ਲੁਕਦੇ ਸਨ, ਉਹੀ ਉਹਨਾਂ ਦੀ ਲੁਕਣ ਗਾਹ ਹੁੰਦੀ ਸੀ। ਅਤੇ ਜਦੋਂ ਰਾਤ ਦਾ ਸਮਾਂ ਹੁੰਦਾ ਸੀ ਉਸ ਵੇਲੇ ਚੋਰੀ ਕਰਨ ਨਿਕਲਦੇ ਸਨ। ਹਜ਼ੂਰ ਕਹਿੰਦੇ ਸੰਸਾਰ ਦਾ ਵਸੇਬਾ ਵੀ ਜੰਗਲ ਵਾਂਗ ਹੀ ਹੈ, ਅਤੇ ਇਹਦੇ ਵਿੱਚ ਸਾਡੇ ਸੰਬੰਧੀ ਕੁੱਤਿਆਂ, ਗਿੱਦੜਾਂ ਅਤੇ ਗਧਿਆਂ ਵਾਂਗੂ ਸਾਡੇ ਆਲੇ ਦੁਆਲੇ ਮੰਡਰਾਉਂਦੇ ਨੇ। ਬਿਖਮ ਅਸਥਾਨ ਮਨ, ਇਹ ਸਾਡਾ ਬੜੇ ਔਖੇ ਥਾਂ 'ਤੇ ਭਾਵ ਆਪਣੇ ਘਰ ਦੇ ਜੰਜਾਲਾਂ ਦੇ ਵਿੱਚ ਫਸਿਆ ਹੋਇਆ ਹੈ। ਮੋਹ ਦੀ ਸ਼ਰਾਬ ਇਸ ਨੇ ਪੀਤੀ ਹੋਈ ਹੈ, ਅਤੇ ਇਹਨੂੰ 5 ਚੋਰਾਂ ਨੇ ਘੇਰਿਆ ਹੋਇਆ, ਜਿਨ੍ਹਾਂ ਨੂੰ ਸਾਧਣਾ ਜਿੱਤਣਾ ਬਹੁਤ ਔਖਾ ਹੈ। ਹੀਤ ਮੋਹ ਭੈ ਭਰਮ ਭ੍ਰਮਣੰ ਅਹੰਗ ਫਾਂਸ ਤੀਖਿਆਣ ਕਠਨ ਹੈ। ਲੋ ਗਰੀਬਨ ਵਾਲੇ ਸਤਿਗੁਰੂ ਜੀ ਕਹਿੰਦੇ ਨੇ, ਹੀਤ ਦਾ ਅਰਥ ਹੈ ਹਿਤ, ਦੁਨਿਆਵੀ ਪਿਆਰ, ਅਤੇ ਮੋਹ ਮਾਇਆ ਦਾ, ਭੈ 7 ਪ੍ਰਕਾਰ ਦਾ, ਅਤੇ ਭਰਮ 5 ਪ੍ਰਕਾਰ ਦਾ, ਅਤੇ ਭ੍ਰਮਣੰ ਜੂਨਾਂ ਦੀ ਭਟਕਣ, ਅਹੰ ਫਾਸ ਅਤੇ ਹੰਕਾਰ। ਅਹੰ ਫਾਸ ਤੀਖਨ ਕਠਨ ਹੈ, ਇਹ ਬੜੀ ਤਿੱਖੀ ਫਾਹੀ ਹੈ। ਅੱਜ ਜਿਹੜੇ ਪਿੱਛੇ ਗਿਣੇ ਨੇ ਨਾ, ਸੰਸਾਰ ਦਾ ਮੋਹ ਅਤੇ ਪਰਿਵਾਰ ਦਾ ਮੋਹ, ਜਮਾਂ ਦਾ ਭੈ, ਅਤੇ ਜਿਹੜਾ 5 ਪ੍ਰਕਾਰ ਦਾ ਭਰਮ ਹੈ, ਜੂਨਾਂ ਦੀ ਭਟਕਣ ਅਤੇ ਹੰਕਾਰ, ਇਹ ਬੜੀ ਤਿੱਖੀ ਫਾਹੀ ਹੈ, ਕਠਨ ਹੈ, ਜਿਹੜੀ ਬਹੁਤ ਪੇਚੀਦਾ ਹੈ, ਜਿਹਨੂੰ ਖੋਲ੍ਹਣਾ ਬਹੁਤ ਕਠਨ ਹੋਵੇ, ਔਖਾ ਹੋਵੇ। ਇਹ ਐਸੀ ਹੰਕਾਰ ਦੀ ਫਾਹੀ ਹੈ ਜੋ ਸਾਡੇ ਗਲ ਵਿੱਚ ਪਈ ਹੋਈ ਹੈ। ਪਾਵਕ ਤੋ ਅਸਾਧ ਘੋਰੰ ਅਗਮ ਤੀਰਨ ਹੈ ਲੰਘਣ ਹੈ। ਫਿਰ ਇਹ ਸੰਸਾਰ ਜੰਗਲ ਦੇ ਵਿੱਚ ਦਰਿਆ ਵੀ ਵਗ ਰਿਹਾ ਹੈ। ਕਿਹੋ ਜਿਹਾ ਦਰਿਆ ਵਗ ਰਿਹਾ ਹੈ? ਪਾਵਕ, ਉਹਦੇ ਵਿੱਚ ਅੱਗ ਭੜਕ ਰਹੀ ਹੈ, ਅਤੇ ਤੋ ਪਾਣੀ ਵੀ ਹੈ। ਅਸਾਧ ਘੋਰੰ, ਉਸ ਸਾਗਰ ਨੂੰ ਸਾਧਣਾ, ਪਾਰ ਲੰਘਣਾ ਬਹੁਤ ਔਖਾ ਹੈ, ਨਾਮੁਮਕਿਨ ਹੈ। ਅਤੇ ਘੋਰੰ ਬੜਾ ਹੈ ਵੀ ਬੜਾ ਭਿਆਨਕ। ਅੱਜ ਜਦੋਂ ਕਿਧਰੇ ਜੁਆਰ ਭਾਟਾ ਆਉਂਦਾ, ਉਸ ਵੇਲੇ ਸਮੁੰਦਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ ਨੇ, ਅਤੇ ਜਦੋਂ ਪਹਾੜੀ ਇਲਾਕੇ ਵਿੱਚ ਜੰਗਲ ਫਟਦਾ ਹੈ ਨਾ, ਉਸ ਵੇਲੇ ਵੀ ਪਾਣੀ ਦਾ ਬਹਾਅ ਬਹੁਤ ਤੇਜ਼ ਹੁੰਦਾ, ਬੜਾ ਭਿਆਨਕ ਹੁੰਦਾ। ਪਾਵਕ ਤੋਂ ਅਸਾਧ ਘੋਰੰ, ਇਹ ਜਿਹੜਾ ਸੰਸਾਰ ਜੰਗਲ ਹੈ, ਇਹਦੇ ਵਿੱਚ ਤ੍ਰਿਸ਼ਨਾ ਦੀ ਅੱਗ, ਵਿਸ਼ਿਆਂ ਦਾ ਪਾਣੀ ਵਗ ਰਿਹਾ ਹੈ, ਅਤੇ ਜਿਸ ਨੂੰ ਤਰਨਾ ਬਹੁਤ ਔਖਾ ਹੈ, ਅਤੇ ਇਹ ਬੜਾ ਭਿਆਨਕ ਹੈ। ਅਗਮ ਤੀਰ, ਇਹਦਾ ਜਿਹੜਾ ਪਰਲਾ ਕੰਢਾ ਹੈ ਅਗਮ, ਉਹ ਸਾਡੀ ਪਹੁੰਚ ਤੋਂ ਪਰੇ ਹੈ। ਪਰਲਾ ਕੰਢਾ ਕਿਹੜਾ ਹੈ? ਉਹ ਹੈ ਵਿਵੇਕ। ਪਰਲਾ ਕੰਢਾ ਕਿਹੜਾ ਹੈ? ਗਿਆਨ। ਪਰਲਾ ਕੰਢਾ ਕਿਹੜਾ ਹੈ? ਮੁਕਤੀ। ਉੱਥੋਂ ਤੱਕ ਜਾਣਾ ਸਾਨੂੰ ਬਹੁਤ ਔਖਾ ਹੈ, ਨਹੀਂ ਲੰਘਣਾ। ਇਸੇ ਕਰਕੇ ਅਸੀਂ ਇਸ ਸੰਸਾਰ ਰੂਪੀ ਜੰਗਲ ਨੂੰ, ਅਤੇ ਜਿਹੜਾ ਜੰਗਲ ਵਿੱਚ ਵਗ ਰਿਹਾ ਦਰਿਆ ਹੈ ਅੱਗ ਅਤੇ ਪਾਣੀ ਦਾ, ਇਸ ਤੋਂ ਪਾਰ ਲੰਘਣਾ ਸਾਡੇ ਲਈ ਅਸੰਭਵ ਹੈ। ਭਜ ਸਾਧ ਸੰਗ ਗੋਪਾਲ ਨਾਨਕ, ਹਰ ਚਰਨ ਸਰਣ ਉਦਰਨ ਕਿਰਪਾ। ਫਿਰ ਮਹਾਰਾਜ ਕਿਸੇ ਤਰ੍ਹਾਂ ਇਸ ਮੁਸੀਬਤ ਤੋਂ ਬਚਿਆ ਵੀ ਜਾ ਸਕਦਾ ਹੈ। ਹਜ਼ੂਰ ਕਹਿੰਦੇ ਭਾਈ ਹਾਂ, ਬਚਿਆ ਜਾ ਸਕਦਾ ਹੈ। ਭਜ ਸਾਧ ਸੰਗ ਗੋਪਾਲ ਨਾਨਕ, ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ। ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ। ਹਰ ਚਰਨ ਸ਼ਰਨ ਉਦਰਨ ਕਿਰਪਾ, ਅਤੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰੋ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਿਆਸ ਗੋਬਿੰਦ ਦਾਸ ਤੁਹਾਰ ਉਦਰਨ ਕਿਰਪਾ। ਫਿਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ ਸੰਸਾਰ ਰੂਪੀ ਜੰਗਲ ਤੋਂ, ਇਹਦੇ ਵਿੱਚ ਵਗਦੇ ਅੱਗ ਅਤੇ ਪਾਣੀ ਦੇ ਦਰਿਆ ਤੋਂ ਅਸੀਂ ਪਾਰ ਲੰਘ ਸਕਦੇ ਹਾਂ। ਕਿਰਪਾ ਕਰੰਤ ਗੋਬਿੰਦ ਗੋਪਾਲ ਹੈ, ਸਗਲਿਅੰਗ ਰੋਗ ਖੰਡਨ ਹੈ। ਲੋ ਗਰੀਬ ਨਵਾਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਕਿਰਪਾ ਕਰੰਤ ਗੋਬਿੰਦ ਗੋਪਾਲ ਹੈ। ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਅਤੇ ਗੋਪਾਲ ਪ੍ਰਿਥਵੀ ਦਾ ਪਾਲਣਹਾਰ।
ਅਕਾਲ ਪੁਰਖ ਵਾਹਿਗੁਰੂ ਜਦੋਂ ਸਾਡੇ ਤੇ ਕਿਰਪਾ ਕਰਦਾ ਹੈ, ਸਗਲਿੰਗ ਰੋਗ ਖੰਡਣਾ, ਫਿਰ ਸਾਰੇ ਰੋਗਾਂ ਨੂੰ ਨਾਸ ਕਰ ਦਿੰਦਾ। ਆਦਿ ਵਿਆਧੀ ਉਪਾਧੀ ਤਿੰਨ ਤਾਪ ਨੇ, ਤਨ ਦੇ ਰੋਗ, ਮਨ ਦੇ ਰੋਗ, ਇਹ ਸਾਰੇ ਵਾਹਿਗੁਰੂ ਪਰਮੇਸ਼ਰ ਦੂਰ ਕਰ ਦਿੰਦਾ ਹੈ। ਸਾਧ ਸੰਗੇਨ ਗੁਣ ਰਮਤ, ਨਾਨਕ ਸਰਨ ਪੂਰਨ ਪਰਮੇਸ਼ਵਰ ਹੈ। ਸਾਧ ਸੰਗੇਨ ਗੁਣ ਰਮਤ ਨਾਨਕ, ਇਹ ਨਾਨਕ ਤੇ ਵਿਸਰਾਮ ਹੋਣਾ। ਸਰਨ ਪੂਰਨ ਪਰਮੇਸ਼ਰ ਹੈ, ਜਿਹੜਾ ਸਾਧ ਸੰਗਤ ਵਿੱਚ ਬੈਠ ਕੇ ਗੁਣ ਰਮਤ ਨਾਨਕ ਹਾਜ਼ੂਰ ਫਰਮਾਉਂਦੇ ਨੇ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਾ, ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਤੇ ਨਾਲ ਹੀ ਸਰਨ ਪੂਰਨ ਪਰਮੇਸ਼ਰ ਹੈ, ਉਸ ਪੂਰਨ ਪਰਮੇਸ਼ਵਰ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਫਿਰ ਉਹਦੇ ਉੱਤੇ ਵਾਹਿਗੁਰੂ ਮਿਹਰ ਕਰਦਾ, ਉਹਦੇ ਸਭ ਰੋਗਾਂ ਸੋਗਾਂ ਨੂੰ ਨਾਸ ਕਰ ਦਿੰਦਾ ਹੈ। ਸਿਆਮਲੰਗ ਮਦਰ ਮਨੁਖਯੰ, ਹਿਰਦਯੰ ਭੂਮ ਵੈਰਣ ਹੈ। ਲੋਕ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਸਿਆਮਲੰਗ ਮਦਰ ਮਨੁਖਯੰ, ਇਹ ਇੱਕ ਰਾਜਨੀਤੀ ਦਾ ਪੱਖ ਇਸ ਸ਼ਲੋਕ ਵਿੱਚ ਦਰਸਾਇਆ ਗਿਆ ਹੈ। ਸਿਆਮਲੰਗ, ਜਿਸ ਦਾ ਰੰਗ ਕਾਲਾ ਹੋਵੇ, ਤੇ ਮਦਰ ਕੱਦ ਦਾ ਮਧਰਾ ਹੋਵੇ, ਤੇ ਮਿੱਠਾ ਬੋਲੇ, ਜਿਹੜਾ ਇਹੋ ਜਿਹਾ ਮਨੁੱਖ ਹੈ, ਹਿਰਦਯੰ ਭੂਮ ਵੈਰਣ ਹੈ, ਉਹਦੇ ਹਿਰਦੇ ਰੂਪੀ ਭੂਮੀ ਦੇ ਵਿੱਚ ਵੈਰ ਦਾ ਬੀਜ ਪੁੰਗਰਦਾ ਹੈ। ਕਿਉਂਕਿ ਜਿਹੜੇ ਕਈ ਦੁਨੀਆ ਦੇ ਵਿੱਚ ਐਸੇ ਲੋਕ ਨੇ, ਉਹ ਮੋਮੋ ਠੱਗਣੇ ਬਣ ਕੇ, ਮਿੱਠੇ ਪਿਆਰੇ ਬਣ ਕੇ, ਉਹ ਦੂਜੇ ਦਾ ਨੁਕਸਾਨ ਕਰਦੇ ਨੇ, ਉਹਦੇ ਨਾਲ ਧੋਖਾ ਕਰਦੇ ਨੇ। ਇਸੇ ਲਈ ਸਤਿਗੁਰੂ ਸਾਨੂੰ ਸਾਵਧਾਨ ਕਰਦੇ ਨੇ, ਭਾਈ ਜਿਸ ਦਾ ਰੰਗ ਸਾਂਵਲਾ ਹੋਵੇ, ਕਾਲਾ ਹੋਵੇ, ਮਧਰਾ ਹੋਵੇ, ਮਿੱਠਾ ਬੋਲੇ, ਤੇ ਉਹਦੇ ਅੰਦਰ ਹਿਰਦੇ ਦੀ ਭੂਮੀ ਤੇ ਵੈਰ ਭਾਵ ਪੁੰਗਰਦਾ ਹੈ, ਤੇ ਉਹ ਕਿਸੇ ਵੇਲੇ ਵੀ ਧੋਖਾ ਕਰ ਸਕਦਾ ਹੈ। ਨਿਵੰਤ ਹੋਵੰਤ ਮਿਥਿਆ, ਚੇਤਨੰ ਸੰਤ ਸਵਜਨ ਹੈ। ਉਹ ਭਾਵੇਂ ਅੱਗੇ ਝੁਕਦਾ ਵੀ ਹੋਵੇ, ਨਿਵੰਤ ਹੋਵੰਤ ਮਿਥਿਆ, ਪਰ ਉਹਦਾ ਸਾਰਾ ਕੁਝ ਨਿਵਣਾ ਤੇ ਝੁਕਣਾ ਝੂਠਾ ਹੀ ਹੁੰਦਾ, ਦਿਖਾਵੇ ਮਾਤਰ ਹੁੰਦਾ। ਚੇਤਨੰ ਸੰਤ ਸਵਜਨਾ, ਜਿਹੜੇ ਸੰਤ ਸੱਜਣ ਨੇ, ਤੇ ਉਹ ਭਾਈ ਉਸ ਤੋਂ ਚੇਤਨ ਦਾ ਅਰਥ ਹੈ ਸਾਵਧਾਨ ਰਹਿੰਦੇ ਨੇ। ਇਹੋ ਜਿਹੇ ਲੋਕਾਂ 'ਤੇ ਉਹ ਕਦੀ ਵਿਸ਼ਵਾਸ ਨਹੀਂ ਕਰਦੇ। ਜਿਹੜੇ ਸੰਤ ਨੇ, ਇਹੋ ਜਿਹੇ ਚਾਹ ਪਲੂਸਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ। ਜਿਹੜੇ ਖੁਸ਼ਾਮਤੀ ਲੋਕ ਨੇ, ਉਹ ਮਿੱਠੇ ਬਣ ਕੇ ਧੋਖਾ ਕਰਦੇ ਨੇ, ਤੇ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ, ਸਾਨੂੰ ਸਿੱਖਿਆ ਦਿੱਤੀ ਹੈ। ਤੇ ਦੂਜਾ ਇਹਦਾ ਅਰਥ ਵਿਧੀ ਪੱਖ ਦੇ ਵਿੱਚ ਇਉਂ ਵੀ ਕੀਤਾ ਹੈ, ਸਿਆਮਲੰਗ ਮਦਰ ਮਾਨੁਖੀ। ਸਿਆਮਲੰਗ ਦਾ ਅਰਥ ਹੈ ਜਿਹੜਾ ਸਾਂਵਲੇ ਰੰਗ ਵਾਲਾ ਸਰਗੁਣ ਸਰੂਪ ਹੈ, ਮਦਰ ਮਿੱਠਾ ਪਿਆਰਾ, ਤੇ ਜਿਹੜਾ ਮਨੁੱਖ ਉਸ ਸਰਗੁਣ ਸਰੂਪ ਦੇ ਨਾਲ ਜੁੜ ਜਾਂਦਾ ਹੈ। ਹਿਰਦਯੰ ਭੂਮ ਵੈਰਣ ਹੈ, ਫਿਰ ਹਿਰਦੇ ਰੂਪੀ ਭੂਮੀ ਦੇ ਵਿੱਚ ਵੈਰ ਨਹਿ ਨੂੰ ਵੱਖਰਾ ਕਰ ਦੇਣਾ, ਫਿਰ ਉਹਦੇ ਮਨ ਦੇ ਵਿੱਚੋਂ ਵੈਰ ਭਾਵ ਨਿਕਲ ਜਾਂਦਾ, ਉਹਦੇ ਅੰਦਰ ਵੈਰ ਭਾਵ ਨਹੀਂ ਰਹਿੰਦਾ। ਜਿਹੜਾ ਉਸ ਸਰਗੁਣ ਸਰੂਪ ਵਾਹਿਗੁਰੂ ਦੇ ਧਿਆਨ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਨਾ, ਉਹਦੇ ਹਿਰਦੇ ਰੂਪੀ ਭੂਮੀ ਤੋਂ ਵੈਰ ਅਭਾਵ ਹੋ ਜਾਂਦਾ ਹੈ। ਨਿਵੰਤ ਹੋਵੰਤ ਮਿਥਿਆ, ਫਿਰ ਉਹਦੇ ਅੱਗੇ ਲੋਕ ਆ ਕੇ ਝੁਕਦੇ ਨੇ, ਮੱਥਾ ਟੇਕਦੇ ਨੇ, ਪਰ ਹੋਵੰਤ ਮਿਥਿਆ, ਪਰ ਉਹ ਉਸ ਨੂੰ ਮਿਥਿਆ ਸਮਝਦਾ। ਭਾਵ ਜਿਹੜੇ ਲੋਕ ਕਿਸੇ ਸੰਤਾਂ ਭਗਤਾਂ ਨੂੰ ਆ ਕੇ ਮੱਥਾ ਟੇਕਦੇ ਨੇ, ਤੇ ਫਿਰ ਉਹ ਸਮਝਦੇ ਨੇ ਬਈ ਇਹ ਜਿਹੜੇ ਲੋਕ ਨੇ, ਇਹ ਆਪ ਕੁਛ ਕਰਨਾ ਨਹੀਂ ਚਾਹੁੰਦੇ, ਤੇ ਕੀਤਾ ਕਰਾਲਦੇ ਨੇ, ਇਹ ਸਾਡੇ ਕੋਲੋਂ ਕੁਛ ਲੈਣ ਵਾਸਤੇ ਆਉਂਦੇ ਨੇ। ਉਹ ਇਸ ਗੱਲ ਨੂੰ ਝੂਠਾ ਸਮਝਦੇ ਨੇ, ਉਹਨਾਂ ਦੇ ਨਿਵਣ ਝੁਕਣ ਨੂੰ। ਚੇਤਨੰ ਸੰਤ ਸਵਜਨ, ਤੇ ਭਾਈ ਜਿਹੜੇ ਸੰਤ ਸੱਜਣ ਨੇ, ਉਹ ਹਮੇਸ਼ਾ ਲਈ ਚੇਤਨੰ, ਉਹ ਹਰ ਵੇਲੇ ਵਾਹਿਗੁਰੂ ਦਾ ਚਿੰਤਨ ਕਰਦੇ ਰਹਿੰਦੇ ਨੇ, ਇਸੇ ਲਈ ਉਹ ਛਲ ਛਿੱਦਰ ਤੋਂ ਬਚੇ ਰਹਿੰਦੇ ਹਨ। ਅਚੇਤ ਮੂੜਾ ਨਾ ਜਣੰਤ, ਘਟੰਤ ਸਾਸਾ ਨਿਤ ਪ੍ਰਤੇ। ਲੋ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਜਿਹੜਾ ਮੂਰਖ ਜੀਵ ਹੈ, ਅਚੇਤ ਹੈ, ਨਾ ਜਾਣੰਤ, ਉਹ ਇਸ ਗੱਲ ਨੂੰ ਨਹੀਂ ਜਾਣਦਾ। ਕਿਹੜੀ ਗੱਲ ਨੂੰ? ਘਟੰਤ ਸਾਸਾ ਨਿਤ ਪ੍ਰਤੇ,
ਵੀ ਨਿਤ ਪ੍ਰਤ ਹਮੇਸ਼ਾ ਸਾਡੀ ਉਮਰ ਘਟਦੀ ਜਾ ਰਹੀ ਹੈ। ਜਦੋਂ ਅਸੀਂ ਜਨਮ ਲਿਆ ਉਸ ਤੋਂ ਪਹਿਲਾਂ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਇਹ ਲਿਖਤ ਕਰਕੇ ਆਏ ਹਾਂ, ਸਾਈਨ ਕਰਕੇ ਆਏ ਹਾਂ, ਮਰਨ ਲਿਖਾਏ ਮੰਡਲ ਮਹਿ ਆਏ, ਕਿਉਂ ਰਹੀਆ ਚਲਣਾ ਪਰਥਾਏ, ngਣ ਕਾਲੇ ਸਭ ਦੇਵ ਸਾਸਨ ਵੱਢਣ ਘਟਣ ਤਿਲਸਾਰ। ਜਿਵੇਂ ਆਪਾਂ ਕਿਸੇ ਵਿਦੇਸ਼ ਯਾਤਰਾ ਲਈ ਜਾਂਦੇ ਹਾਂ, ਉਹ ਸਾਨੂੰ ਵੀਜ਼ਾ ਦਿੰਦੇ ਨੇ, ਫਿਰ ਐਂਟਰੀ ਮਿਲਦੀ ਹੈ। ਜਿੰਨਾ ਚਿਰ ਐਂਟਰੀ ਦਾ ਸਮਾਂ ਹੁੰਦਾ ਉਨਾ ਚਿਰ ਹੀ ਆਪਾਂ ਰਹਿ ਸਕਦੇ ਹਾਂ। ਇਉਂ ਉਸ ਵਾਹਿਗੁਰੂ ਨੇ ਸਾਨੂੰ ਸੰਸਾਰ ਵਿੱਚ ਭੇਜਿਆ ਅਤੇ ਨਾਲ ਐਂਟਰੀ ਦਿੱਤੀ ਆ ਵੀ ਤੂੰ ਇੰਨੇ ਸਾਲ ਜਾਂ ਇੰਨਾ ਸਮਾਂ ਤੂੰ ਉੱਥੇ ਰਹਿ ਸਕਦਾ, ਫਿਰ ਤੈਨੂੰ ਵਾਪਸ ਮੁੜ ਕੇ ਆਉਣਾ ਪਵੇਗਾ। ਅਸਲੀ ਤੇਰਾ ਦੇਸ਼ ਇਹ ਨਹੀਂ ਜਿੱਥੋਂ ਤੂੰ ਆਇਆ, ਉਹ ਤੇਰਾ ਅਸਲੀ ਦੇਸ਼ ਹੈ। ਇਹ ਸਾਰਾ ਕੁਝ ਅਸੀਂ ਲਿਖਵਾ ਕੇ ਆਏ ਹਾਂ, ਪਰ ਇੱਥੇ ਆ ਕੇ ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਜਦੋਂ ਮਾਤਾ ਦੇ ਗਰਭ ਤੋਂ ਅਸੀਂ ਬਾਹਰ ਆਉਂਦੇ ਹਾਂ, ਐਸੀ ਹਵਾ ਲੱਗਦੀ ਹੈ, ਫਿਰ ਸਾਡੇ ਮਨ 'ਤੇ ਮਾਇਆ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ। ਅਸੀਂ ਇਸ ਗੱਲ ਨੂੰ ਭੁੱਲ ਹੀ ਜਾਂਦੇ ਹਾਂ, ਕਟੰਤ ਸਾਸਾ ਨਿਤ ਪ੍ਰਤੇ, ਵੀ ਸਾਡੀ ਤਾਂ ਰੋਜ਼ ਉਮਰ ਘਟਦੀ ਜਾ ਰਹੀ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਨਾ, ਅਤੇ ਆਪਾਂ ਕਹਿੰਦੇ ਇਹ ਹੁਣ ਨਵਜ਼ਾਤ ਹੈ। ਜਦੋਂ ਥੋੜ੍ਹਾ ਜਿਹਾ ਵੱਡਾ ਹੁੰਦਾ, ਕਹਿੰਦੇ ਲੈ ਹੁਣ ਇਹ ਵੱਡਾ ਹੋ ਗਿਆ, ਇਹ ਹੁਣ 1 ਮਹੀਨੇ ਦਾ ਹੋ ਗਿਆ, ਹੁਣ 2.5 ਮਹੀਨੇ ਦਾ ਹੋ ਗਿਆ, ਹੁਣ ਸਾਲ ਦਾ ਹੋ ਗਿਆ। ਆਪਾਂ ਤਾਂ ਉਸ ਨੂੰ ਵੱਡਾ ਹੁੰਦਾ ਸਮਝੀ ਜਾਂਦੇ, ਪਰ ਦੂਸਰੀ ਗੱਲ ਇਹ ਨਹੀਂ ਸਮਝਦੇ ਕਟੰਤ ਸਵਾਸਾ ਨਿਤ ਪ੍ਰਤੇ, ਵੀ ਇਹਦੀ ਉਮਰ ਤੇ ਦਿਨ ਰਾਤ ਘਟਦੀ ਜਾ ਰਹੀ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਕਟੈ ਤਨ ਸੀਜੈ, ਕਾਲ ਅਹੇਰੀ ਫਿਰਹਿ ਬਦਕ ਜਿਉ, ਕਹੋ ਕਵਨ ਬੈਦ ਕੀਜੈ। ਉਮਰ ਘਟਦੀ, ਪਰ ਅਸੀਂ ਕਹਿੰਦੇ ਵੱਡਾ ਹੋ ਰਿਹਾ, ਉਮਰ ਵੱਲ ਸਾਡਾ ਧਿਆਨ ਨਹੀਂ ਜਾਂਦਾ। ਇਸੇ ਲਈ ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਹਨ ਵੀ ਇਹ ਜਿਹੜਾ ਮੂਰਖ ਜੀਵ ਹੈ, ਇਸ ਗੱਲ ਨੂੰ ਨਹੀਂ ਜਾਣਦਾ ਕਿ ਮੇਰੀ ਉਮਰ ਰੋਜ਼ ਘਟਦੀ ਜਾ ਰਹੀ ਹੈ। ਛਿਜੰਤ ਮਹਾ ਸੁੰਦਰੀ ਕਾਇਆ, ਕਾਲ ਕੰਨਿਆ ਗ੍ਰਾਸ ਤੇ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਨੇ ਕਾਲ ਕੰਨਿਆ ਤੋਂ ਭਾਵ ਹੈ, ਕਾਲ ਦੀ ਕੰਨਿਆ ਕੀ ਹੈ? ਜਰਾ ਅਵਸਥਾ, ਬਿਰਧ ਅਵਸਥਾ। ਉਹ ਸਾਡੇ ਸਰੀਰ ਨੂੰ ਆ ਕੇ ਗ੍ਰਾਸ ਤੇ ਗ੍ਰਸ ਲੈਂਦੀ ਹੈ। ਭਾਵ ਸਤਿਗੁਰੂ ਦੀ ਬਾਣੀ ਵਿੱਚ ਸੰਕੇਤ ਮਿਲਦਾ 60 ਕੇ ਬੁਢੇਪਾ ਆਵੇ, 60 ਸਾਲ ਤੋਂ ਬਾਅਦ ਬੁਢੇਪਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਕਾਲ ਕੰਨਿਆ ਗ੍ਰਾਸ ਤੇ, ਜਦੋਂ ਕਾਲ ਕੰਨਿਆ ਤੋਂ ਭਾਵ ਕਾਲ ਦੀ ਕੰਨਿਆ ਕੀ ਹੈ? ਜਰਾ ਅਵਸਥਾ, ਬਿਰਧ ਅਵਸਥਾ, ਉਹ ਸਾਡੇ ਸਰੀਰ ਨੂੰ ਗ੍ਰਸਦੀ ਹੈ। ਸਿਜੰਤ ਮਹਾ ਸੁੰਦਰੀ ਕਾਇਆ, ਜਿਹੜੀ ਦੇਹ ਬਹੁਤ ਸੋਹਣੀ ਹੁੰਦੀ ਹੈ, ਜਿਸ ਦਾ ਰੰਗ ਰੂਪ ਬਹੁਤ ਸੋਹਣਾ ਜਾਪਦਾ ਹੈ, ਅਤੇ ਜਦੋਂ ਬਿਰਧ ਅਵਸਥਾ ਹੁੰਦੀ ਹੈ ਉਸੇ ਮੂੰਹ 'ਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਅਤੇ ਉਹੀ ਜਿਹੜੀ ਸੁੰਦਰਤਾ ਹੈ ਕੁਰੂਪਤਾ ਵਿੱਚ ਬਦਲ ਜਾਂਦੀ ਹੈ, ਅਤੇ ਸਾਡਾ ਸਰੀਰ ਨਾਸ ਹੁੰਦਾ ਜਾ ਰਿਹਾ ਹੈ। ਰਚੰਤ ਪੁਰਖੈ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਬਿਨੋਦ। ਜਿਵੇਂ ਜਿਵੇਂ ਮਨੁੱਖ ਦੀ ਉਮਰ ਵਡੇਰੀ ਹੁੰਦੀ ਹੈ, ਹਜ਼ੂਰ ਕਹਿੰਦੇ ਰਜੰਤ ਪੁਰਖ ਹੈ ਕੁਟੰਬ ਲੀਲਾ, ਉਹ ਆਪਣੇ ਕੁਟੰਬ ਪਰਿਵਾਰ ਦੀ ਲੀਲਾ ਦੇ ਵਿੱਚ ਹਮੇਸ਼ਾ ਲਈ ਮਸਤ ਹੋਇਆ ਰਹਿੰਦਾ। ਹੁਣ ਜਿਵੇਂ ਬਜ਼ੁਰਗ ਨੇ, ਉਹ ਆਪਣੇ ਗਾਂ ਪਰਿਵਾਰ ਵੱਧ ਜਾਂਦਾ ਹੈ, ਪਹਿਲਾਂ ਆਪਣੇ ਧੀਆਂ ਪੁੱਤਰਾਂ ਦੇ ਨਾਲ ਮੋਹ ਹੁੰਦਾ ਹੈ, ਫਿਰ ਗਾਂ ਦੋਹਤੇ ਪੋਤਰੇ ਹੋ ਜਾਂਦੇ ਨੇ, ਫਿਰ ਉਹਨਾਂ ਨਾਲ ਮੋਹ ਪੈ ਜਾਂਦਾ ਹੈ। ਇਉਂ ਰਚੰਤ ਪੁਰਖ ਹੈ ਕੁਟੰਬ ਲੀਲਾ। ਇਹ ਪੁਰਸ਼ ਜਿਵੇਂ ਜਿਵੇਂ ਉਮਰ ਵਡੇਰੀ ਹੁੰਦੀ ਹੈ, ਪਰਿਵਾਰ ਦੀ ਲੀਲਾ ਵਿੱਚ ਰਚੰਤ ਆਸ਼ਕਤ ਹੋਈ ਜਾਂਦਾ। ਅਨਿਤ ਆਸਾ ਵਿਖਿਆ ਵਿਨੋਦ, ਵਿਖਿਆ ਵਿਨੋਦ ਜਿਹੜੇ ਮਾਇਆ ਦੇ ਵਿਨੋਦ ਚੋਜ ਨੇ, ਮਾਇਆ ਦੇ ਆਨੰਦ ਨੇ, ਮਾਇਆ ਦੇ ਰੰਗ ਨੇ। ਅਨਿਤ ਆਸਾ, ਉਹਨਾਂ ਦੀ ਹਮੇਸ਼ਾ ਲਈ ਆਸਾ ਕਰਦਾ ਹੈ। ਅਨਿਤ, ਜਿਹੜੇ ਮਿੱਥਿਆ ਨੇ, ਝੂਠੇ ਨੇ, ਜਿਨ੍ਹਾਂ ਨੂੰ ਛੱਡ ਕੇ ਚਲੇ ਜਾਣਾ ਹੈ। ਇੱਕ ਤਾਂ ਬਿਰਧ ਅਵਸਥਾ ਵਿੱਚ ਪਰਿਵਾਰ ਦਾ ਮੋਹ ਜ਼ਿਆਦਾ ਮਨ ਨੂੰ ਪ੍ਰਭਾਵਿਤ ਕਰਦਾ ਹੈ, ਅਤੇ ਦੂਸਰੇ ਜਿਹੜੇ ਮਾਇਆ ਦੇ ਰੰਗ ਨੇ, ਮਾਇਆ ਦੇ ਚੋਜ ਨੇ, ਉਹਨਾਂ ਦੀ ਇੱਛਾ ਅੰਦਰ ਪੈਦਾ ਹੁੰਦੀ ਰਹਿੰਦੀ ਹੈ। ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ, ਸਵਰਨ ਨਾਨਕ ਕਰਣਾ ਮੈਂ ਹੈ। ਅਖੀਰ ਮਨੁੱਖ ਭਰਮ ਦੀਆਂ ਜੂਨਾਂ ਦੇ ਵਿੱਚ ਬਹੁਤੇ ਜਨਮ ਹਾਰ ਹਮ ਜਾਂਦਾ ਹੈ।
ਤੇ ਫਿਰ ਮਨੁੱਖਾ ਦੇ ਇਸ ਨੂੰ ਪ੍ਰਾਪਤ ਹੁੰਦੀ ਹੈ। ਸਾਰਾ ਨਾਨਕ ਕਰਨਾ ਮੈਂ ਤੋਂ ਭਾਵ ਹੈ ਕਿਰਪਾਲੂ ਸਰੂਪ। ਕਿਰਪਾ ਦਾ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਜਾਵੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਇਹਦੀ ਜ਼ਿੰਦਗੀ ਨੂੰ ਸਫਲ ਕਰ ਦਿੰਦਾ ਹੈ। ਹੇ ਜਿਹਬੇ ਹੇ ਰਸਗੇ ਮధుਰ ਪ੍ਰੇ ਤੋਯੰ। ਲਓ ਹੁਣ ਇਸ ਰਸਨਾ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਨੇ, ਹੇ ਜਿਹਬੇ ਤੇ ਹੇ ਰਸਗੇ, ਐ ਜ਼ੁਬਾਨ ਤੂੰ ਬੋਲਦੀ ਵੀ ਹੈ। ਹੇ ਰਸਗੇ, ਤੈਨੂੰ ਰਸਾਂ ਦਾ ਵੀ ਗਿਆਨ ਹੈ। ਜਦੋਂ ਕੋਈ ਆਪਣਾ ਪਦਾਰਥ ਖਾਂਦੇ ਆ ਤੇ ਉਸ ਵੇਲੇ ਸਾਡੀ ਜ਼ੁਬਾਨ ਉਸ ਰਸ ਨੂੰ ਪਰਖਦੀ ਹੈ ਵੀ ਇਹ ਬੜਾ ਸਵਾਦ ਹੈ, ਇਹ ਖੱਟਾ ਹੈ, ਮਿੱਠਾ ਹੈ। ਐ ਜ਼ੁਬਾਨ ਐ ਰਸਾਂ ਦੀ ਗਿਆਤੀ ਮਧੁਰ ਪ੍ਰਿਆ ਤੋਯੰ, ਤੈਨੂੰ ਜਿਹੜੇ ਮਿੱਠੇ ਸਵਾਦਲੇ ਪਦਾਰਥ ਨੇ ਬੜੇ ਪਿਆਰੇ ਲੱਗਦੇ ਨੇ। ਕਈਆਂ ਨੂੰ ਮਿੱਠਾ ਖਾਣ ਦਾ ਬੜਾ ਸ਼ੌਕ ਹੁੰਦਾ, ਕਈ ਮਠਿਆਈ ਨੂੰ ਬੜੇ ਸ਼ੌਕ ਦੇ ਨਾਲ ਖਾਂਦੇ ਨੇ। ਕੋਈ ਵੀ ਜਿਹੜਾ ਸਵਾਦਲਾ ਪਦਾਰਥ ਹੋਵੇ ਉਹਨੂੰ ਮਧੁਰ ਕਹਿ ਦਿੰਦੇ ਨੇ। ਹਾਜ਼ੂਰ ਕਹਿੰਦੇ ਨੇ, ਐ ਰਸਨਾ ਤੈਨੂੰ ਜਿਹੜੇ ਮਿੱਠੇ ਪਦਾਰਥ ਨੇ ਬਹੁਤ ਪਿਆਰੇ ਲੱਗਦੇ ਹਨ। ਫਤ ਹਤੰ ਪਰਮ ਬਾਦੰ ਅਵਰਤ ਏਥੈ ਸ਼ੁੱਧ ਅਛਰਣ ਹੈ। ਐ ਮੇਰੀ ਜ਼ੁਬਾਨ ਸਤ ਹਤੰ, ਸੱਚ ਵੱਲੋਂ ਤਾਂ ਤੂੰ ਮਰੀ ਪਈ ਹੈ। ਸੱਚ ਬੋਲਣਾ ਤੈਨੂੰ ਬਹੁਤ ਔਖਾ ਲੱਗਦਾ। ਸੱਚ ਬੋਲਣ ਵੇਲੇ ਤੈਨੂੰ ਗੜੀ ਪੈ ਜਾਂਦੀ ਹੈ। ਇਹ ਮਾਝੇ ਦਾ ਸ਼ਬਦ ਹੈ, ਗੜੀ ਪੈ ਜਾਂਦੀ। ਗੜੀ ਇੱਕ ਬਿਮਾਰੀ ਦਾ ਨਾਮ ਹੈ। ਸਤ ਹਤੰ, ਜਦੋਂ ਸੱਚ ਬੋਲਣ ਵੇਲੇ ਤੇਰੀ ਮੌਤ ਹੋ ਜਾਂਦੀ। ਪਰਮ ਬਾਦੰ, ਤੇ ਝਗੜਾ ਕਰਨ ਵਾਸਤੇ ਬੜੀ ਸ਼ੇਰ ਬਣ ਜਾਣੀ ਹੈ। ਫਿਰ ਤੇਰੀ ਬੜੀ ਕੈਂਚੀ ਵਾਂਗੂ ਜ਼ੁਬਾਨ ਚੱਲਦੀ ਹੈ। ਆਵਰਤ ਏਥੈ ਸੁਧ ਅਸ਼ਰਨ, ਜਿਹੜੇ ਸ਼ੁੱਧ ਅੱਖਰ ਨੇ ਇਹਨਾਂ ਦੇ ਵਿੱਚ ਵਰਤਨ ਤੋਂ ਤੂੰ ਰਹਿਤ ਰਹਿੰਦੀ ਹੈ। ਉਹ ਸ਼ੁੱਧ ਅੱਖਰ ਕਿਹੜੇ ਨੇ? ਉਹ ਹਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ। ਤੇ ਤੂੰ ਆਪਣੀ ਰਸਨਾ ਤੋਂ ਵੀ ਜਿਹੜੇ ਪਵਿੱਤਰ ਅੱਖਰ ਨੇ ਗੁਰਬਾਣੀ ਦੇ ਉਹ ਨਹੀਂ ਉਚਾਰਨ ਕਰਦੀ, ਤੇ ਬਲਕਿ ਹੋਰ ਲੜਾਈ ਝਗੜੇ ਨਿੰਦਿਆ ਚੁਗਲੀ ਬਥੇਰੀ ਕਰੀ ਜਾਨੀ ਹੈ। ਗੋਬਿੰਦ ਦਾ ਮੋਦਰ ਮਾਧਵੇ, ਉਹ ਪਵਿੱਤਰ ਅੱਖਰ ਕਿਹੜੇ ਨੇ? ਗੋਬਿੰਦ ਦਾ ਮੋਦਰ ਮਾਧਵੇ, ਇਹ ਸਾਰੇ ਪਰਮੇਸ਼ਰ ਦੇ ਨਾਮ ਨੇ। ਗੋਬਿੰਦ ਦਾ ਅਰਥ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਅਥਵਾ ਗੋ ਗੁਰਾਂ ਦੀ ਬਾਣੀ ਕਰਕੇ ਜਾਣਨ ਯੋਗ। ਦਾ ਮੋਦਰ ਜੋ ਮਾਇਆ ਰੂਪੀ ਰੱਸੀ ਨੂੰ ਸੰਕਲਪ ਰੂਪ ਪੇਟ ਦੇ ਆਲੇ ਦੁਆਲੇ ਵਲ ਕੇ ਰੱਖਦਾ ਹੈ, ਭਾਵ ਮਾਇਆ ਜਿਸ ਦੀ ਅਧੀਨ ਹੈ, ਉਹਨੂੰ ਦਾਮੋਦਰ ਕਹਿੰਦੇ ਨੇ। ਮਾਧਵੇ ਦਾ ਅਰਥ ਹੈ ਮਾਇਆ ਦਾ ਪਤੀ। ਮਾਇਆ ਦਾ ਪਤੀ ਵੀ ਅਕਾਲ ਪੁਰਖ ਹੀ ਹੈ। ਇਹ ਜਿਹੜੇ ਪਰਮੇਸ਼ਰ ਦੇ ਨਾਮ ਨੇ, ਤੂੰ ਇਹ ਨਹੀਂ ਜਪਦੀ ਤੇ ਹੋਰ ਲੜਾਈ ਝਗੜੇ ਬਥੇਰੇ ਕਰਦੀ ਰਹਿਨੀ ਹੈ। ਗਰਭੰਤ ਨਾਰੀ ਮਦੋਨ ਮਤੰ, ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਗਰਭੰਤ ਨਾਰੀ ਮਦੋਨ ਮਤੰ, ਨਾਰੀ ਜਿਹੜੀਆਂ ਇਸਤਰੀਆਂ ਨੇ, ਮਦੋਨ ਮਤੰ, ਮਦੋਨ ਮਤ ਸ਼ਰਾਬ ਨੂੰ ਕਹਿੰਦੇ ਨੇ। ਉਹ ਸ਼ਰਾਬ ਦੇ ਨਸ਼ੇ ਵਿੱਚ ਮਤੰਗ ਦਾ ਅਰਥ ਹੈ ਮਸਤ ਹੋ ਕੇ ਬੜਾ ਹੰਕਾਰ ਕਰਦੀਆਂ ਨੇ। ਇਹਦਾ ਮਤਲਬ ਇਹ ਹੈ, ਪਹਿਲਾਂ ਤੇ ਆਮ ਇਹੀ ਦੇਖਣ ਤੇ ਸੁਣਨ ਵਿੱਚ ਆਉਂਦਾ ਸੀ ਬਈ ਮਰਦ ਹੀ ਜ਼ਿਆਦਾ ਨਸ਼ੇ ਦੀ ਵਰਤੋਂ ਕਰਦੇ ਸਨ, ਤੇ ਹੁਣ ਵੀ ਮਰਦ ਹੀ ਜ਼ਿਆਦਾ ਕਰਦੇ ਹਨ। ਪਰ ਕਈ ਵਾਰ ਅਜਿਹਾ ਵੀ ਦੇਖਣ ਤੇ ਸੁਣਨ ਨੂੰ ਹੁਣ ਮਿਲ ਰਿਹਾ ਹੈ, ਤੇ ਹੁਣ ਇਸਤਰੀਆਂ ਵੀ ਔਰਤਾਂ ਵੀ ਨਸ਼ੇ ਕਰਦੀਆਂ ਨੇ। ਇਹ ਵੀ ਗੱਲ ਸਾਹਮਣੇ ਹੈ। ਇਸੇ ਲਈ ਹਜੂਰ ਕਹਿੰਦੇ ਨੇ, ਗਰਭੰਤ ਨਾਰੀ ਮਦੋਨ ਮਤ, ਕਈ ਇਸਤਰੀਆਂ ਵੀ ਸ਼ਰਾਬ ਵਿੱਚ ਮਸਤ ਹੋ ਕੇ ਗਾਲੀ ਗਲੋਚ ਕਰਦੀਆਂ ਨੇ ਤੇ ਬੜਾ ਹੰਕਾਰ ਕਰਦੀਆਂ ਹਨ। ਬਲਵੰਤ ਬਲਾਤ ਕਾਰਨ ਹੈ, ਤੇ ਜਿਹੜੇ ਬਲਵੰਤ ਹੋਰ ਜਿਹੜੇ ਤਕੜੇ ਇਨਸਾਨ ਹੁੰਦੇ ਨੇ, ਬੜੇ ਬੜੇ ਮਾਇਆ ਧਾਰੀ, ਬੜੇ ਬੜੇ ਧਨਾੜ ਬੰਦੇ, ਤੇ ਫਿਰ ਜਿਹੜੀਆਂ ਐਸੀਆਂ ਐਬੀ ਤੇ ਨਸ਼ੇੜੀ ਔਰਤਾਂ ਨੇ, ਬਲਵੰਤ ਬਲਾਤਕਾਰ ਨੇ। ਫਿਰ ਉਹ ਬਲਵਾਨ ਜਿਹੜੇ ਹੋਰ ਉਹਨਾਂ ਨਾਲੋਂ ਆਰਥਿਕ ਤੌਰ 'ਤੇ ਤਕੜੇ ਹੁੰਦੇ ਨੇ, ਫਿਰ ਉਹਨਾਂ ਨਾਲ ਜਾ ਕੇ ਉਹ ਜਬਰ ਜਨਾਹ ਕਰਦੇ ਨੇ। ਇਹੀ ਕੁਛ ਤੇ ਸੰਸਾਰ ਵਿੱਚ ਚੱਲ ਰਿਹਾ ਹੈ। ਵੱਡੇ ਵੱਡੇ ਸ਼ਹਿਰਾਂ ਵਿੱਚ ਜਿਹਨੂੰ ਦੇਹ ਵਪਾਰ ਆਖਿਆ ਜਾਂਦਾ ਹੈ, ਦੇਹ ਵਪਾਰ ਦੇ ਧੰਦੇ ਚੱਲਦੇ ਨੇ। ਤੇ ਇਹ ਸਾਰਾ ਕੁਝ
ਨਸ਼ਿਆਂ ਦੇ ਕਾਰਨ, ਵਿਸ਼ਿਆਂ ਦੇ ਕਾਰਨ ਸਾਰਾ ਕੁਝ ਹੋ ਰਿਹਾ ਹੈ। ਇਸੇ ਲਈ ਇਹ ਜਿਹੜੀ ਸ਼ਰਾਬ ਦੀ ਲੱਤ ਹੈ ਇਹ ਬਹੁਤ ਮਾੜੀ ਹੈ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਹੈ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਇਹ ਸ਼ਰਾਬ ਦੇ ਬਾਰੇ ਲਿਖਿਆ ਹੋਇਆ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਸ਼ਰਾਬ ਪੀ ਕੇ ਮਤ ਮਾਰੀ ਜਾਂਦੀ ਹੈ, ਆਪਣੇ ਤੇ ਪਰਾਏ ਦੀ ਵੀ ਪਛਾਣ ਖਤਮ ਹੋ ਜਾਂਦੀ ਹੈ। ਜਿਤ ਪੀਤੈ ਖਸਮ ਵਿਸਰੈ, ਦਰਗਾਹ ਮਿਲੈ ਸਜਾਏ। ਜਿਸ ਨੂੰ ਪੀਣ ਦੇ ਨਾਲ ਖਸਮ, ਗੁਰੂ ਦਾ ਤੇ ਰੱਬ ਦਾ ਭੈ ਵੀ ਸਾਡੇ ਮਨ ਵਿੱਚੋਂ ਨਿਕਲ ਜਾਂਦਾ। ਜਿਤ ਪੀਤੈ ਖਸਮ ਵਿਸਰੈ, ਦਰਗਾਹ ਮਿਲੈ ਸਜਾਏ। ਝੂਠਾ ਮਦ ਮੂਲ ਨਾ ਪੀਚੀ, ਜੇ ਕਾ ਪਾਰ ਵਸਾਏ। ਸ਼ਰਾਬ ਪੀ ਕੇ ਕੀ ਇਸਤਰੀ ਕੀ ਮਰਦ ਕੋਈ ਚਾਹੀਦਾ ਕੰਮ ਥੋੜ੍ਹਾ ਕਰਦੇ ਨੇ। ਸ਼ਰਾਬ ਦੀ ਹਾਲਤ ਦੇ ਵਿੱਚ ਬਲਵੰਤ ਬਲਾਤਕਾਰ ਨੇ, ਜਿਹੜੇ ਆਪਣੇ ਆਪ ਨੂੰ ਬਲਵੰਤ ਬਲਵਾਨ ਤਕੜੇ ਸਮਝਦੇ ਨੇ, ਜਵਾਂ ਮਰਦ ਸਮਝਦੇ ਨੇ, ਫਿਰ ਉਹ ਜਬਰ ਜਨਾਹ ਕਰਦੇ ਨੇ, ਬਲਾਤਕਾਰ ਕਰਦੇ ਹਨ। ਚਰਨ ਕਮਲ ਨਹਿ ਭਜੰਤ, ਤ੍ਰੈਣ ਸਮਾਨ ਧਿਗ ਜਨਮ ਨਹਿ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਚਰਨ ਕਮਲ ਨਹਿ ਭਜੰਤ। ਜਿਹੜੇ ਇਹੋ ਜਿਹੇ ਸ਼ਰਾਬੀ, ਕਬਾਬੀ, ਵਿਭਚਾਰੀ ਲੋਕ ਨੇ ਤੇ ਉਹ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਨੂੰ ਨਹੀਂ ਭਾਈਦੇ। ਉਹ ਕਦੇ ਵਾਹਿਗੁਰੂ ਦਾ ਨਾਮ ਨਹੀਂ ਚੇਤੇ ਕਰਦੇ। ਤ੍ਰਿਣ ਸਮਾਨ ਤ੍ਰਿਗ ਜਨਮ ਨੇ, ਬਈ ਉਹਨਾਂ ਦਾ ਜਿਹੜਾ ਜੀਵਨ ਹੈ ਕੱਖ ਦੇ ਸਮਾਨ ਹੈ। ਜਿਵੇਂ ਕੱਖ ਪੈਰਾਂ ਹੇਠ ਰੁਲਦਾ ਫਿਰਦਾ ਨਾ, ਭਾਵ ਬਹੁਤ ਤੁੱਛ ਹੈ। ਉਹਨਾਂ ਦਾ ਜੀਵਨ ਬਹੁਤ ਤੁੱਛ ਹੈ, ਕੱਖ ਵਾਂਗੂ ਹਲਕਾ ਹੈ। ਧਿਗ ਜਨਮ ਨੇ, ਤੇ ਉਹਨਾਂ ਦੇ ਜਨਮ ਨੂੰ ਵੀ ਧਰਕਾਰ ਹੈ। ਮਹਾਂਪੁਰਖੇ ਵਿਚਾਰ ਦੱਸਦੇ ਸਨ, ਜੇ ਇੱਕ ਵਾਰੀ ਕਿਸੇ ਨੂੰ ਫਿੱਟੇ ਮੂੰਹ ਆਖੀਏ ਤੇ ਇਹ ਵੀ ਇੱਕ ਲਾਹਨਤ ਹੁੰਦੀ ਹੈ। ਜੇ 100 ਵਾਰੀ ਫਿੱਟੇ ਮੂੰਹ ਆਖੇ ਇੱਕ ਲਾਹਨਤ ਬਣਦੀ ਹੈ। ਜੇ 100 ਵਾਰੀ ਕਿਸੇ ਨੂੰ ਲਾਹਨਤ ਦੇਣੀ ਹੋਵੇ ਫਿਰ ਧਰਿਗ ਕਿਹਾ ਜਾਂਦਾ, ਧਰਕਾਰ ਹੈ ਤੈਨੂੰ। ਹਾਜੂਰ ਕਹਿੰਦੇ ਨੇ ਵੀ ਇਹ ਉਸ ਮਨੁੱਖ ਦੇ ਜੀਵਨ ਨੂੰ ਧਰਕਾਰ ਹੈ, ਲੱਖ ਲਾਹਨਤ ਹੈ, ਵੀ ਜਿਹੜਾ ਆਪਣੇ ਜੀਵਨ ਕਾਲ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਤੇ ਵਿਕਾਰ, ਵਿਭਚਾਰ, ਨਸ਼ਿਆਂ ਵਿਸ਼ਿਆਂ ਵਿੱਚ ਪੈ ਕੇ ਬਲਾਤਕਾਰ ਕਰਦਾ ਤੇ ਹੋਰ ਗਲਤ ਕੰਮ ਕਰਦਾ ਹੈ, ਤੇ ਉਹਦੇ ਜਨਮ ਨੂੰ ਲੱਖ ਲਾਹਨਤ ਹੈ। ਏ ਪਪੀਲਕਾ ਗ੍ਰਸਟੇ, ਗੋਬਿੰਦ ਸਿਮਰਨ ਤੋਯੰ ਧਨੇ। ਲੋਕ ਗਰੀਬਨ ਵਾਜ ਸਤਿਗੁਰੂ ਜੀ ਹੁਣ ਅੱਗੇ ਜਿਹੜੇ ਕੋਈ ਰੱਬ ਦੇ ਦਾਸ ਨੇ, ਗਰੀਬ ਨੇ, ਨਿਮਾਣੇ ਤੇ ਨਿਤਾਣੇ ਨੇ, ਉਹਨਾਂ ਨੂੰ ਕੀੜੀ ਵਾਂਗ ਬਿਆਨ ਕਰਦੇ ਨੇ। ਹੇ ਪਪੀਲਕਾ ਗ੍ਰਸਟੇ, ਉਹ ਜਿਹੜੇ ਬਲਵੰਤ ਬਲਾਤਕਾਰ ਨੇ, ਇਹੋ ਜਿਹੇ ਭੈੜੇ ਕੰਮ ਕਰਨ ਵਾਲੇ, ਚਾਹੇ ਉਹ ਧਨਾੜ ਬੰਦੇ ਵੀ ਹੁੰਦੇ ਨੇ, ਉਹਨਾਂ ਦੇ ਨਾਲੋਂ ਹੇ ਪਪੀਲਕਾ ਗ੍ਰਸਟੇ, ਐ ਕੀੜੀ ਤੂੰ ਗ੍ਰਸਟੇ ਦਾ ਅਰਥ ਹੈ ਬੜੀ ਗੌਰਵਤਾ ਵਾਲੀ ਹੈ। ਤੇਰੀ ਆਨ ਸ਼ਾਨ ਉਹਨਾਂ ਦੇ ਨਾਲੋਂ ਕਈ ਗੁਣਾ ਚੰਗੀ ਹੈ। ਗੋਬਿੰਦ ਸਿਮਰਨ ਤੋਇੰ ਧਨੇ, ਕਿਉਂਕਿ ਤੇਰੇ ਪਾਸ ਉਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦਾ ਧਨ ਹੈ। ਜਿਨ੍ਹਾਂ ਦੇ ਕੋਲੇ ਸਿਮਰਨ ਦਾ ਸਰਮਾਇਆ ਹੁੰਦਾ, ਜਿਨ੍ਹਾਂ ਕੋਲੇ ਭਗਤੀ ਦੀ ਦੌਲਤ ਹੁੰਦੀ ਹੈ, ਜਿਨ੍ਹਾਂ ਦੇ ਕੋਲੇ ਨਾਮ ਦਾ ਅਖੁੱਟ ਖਜ਼ਾਨਾ ਹੁੰਦਾ ਹੈ। ਗਰੀਬਨ ਵਾਲੇ ਸਤਿਗੁਰੂ ਜੀ ਕਹਿੰਦੇ ਨੇ, ਭਾਵੇਂ ਉਹ ਗਰੀਬ ਹੀ ਹੋਣ ਕੀੜੀ ਵਾਂਗੂ, ਪਰ ਉਹ ਉਹਨਾਂ ਮਾਇਆ ਧਾਰੀਆਂ ਦੇ ਨਾਲੋਂ ਤੇ ਉਹ ਲੱਖ ਗੁਣਾ ਚੰਗੇ ਨੇ, ਤੇ ਉਹਨਾਂ ਦੀ ਸੋਭਾ ਤੇ ਵਡਿਆਈ ਹੁੰਦੀ ਹੈ। ਨਾਨਕ ਅਨਕ ਬਾਰ ਨਮੋ ਨਮਹਿ। ਲਓ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਐਸੇ ਰੱਬ ਦੇ ਪਿਆਰੇ ਨੇ, ਚਾਹੇ ਗਰੀਬੀ ਦੀ ਹਾਲਤ ਵਿੱਚ ਵੀ ਨੇ, ਕੀੜੀ ਵਾਂਗੂ ਬਹੁਤ ਕਮਜ਼ੋਰ ਨੇ, ਛੋਟੇ ਵੀ ਨੇ, ਤੇ ਉਹਨਾਂ ਨੂੰ ਅਨੇਕਾਂ ਵਾਰ ਅਸੀਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਤਿੰਨੇ ਕਾਲਾਂ ਵਿੱਚ ਹਰ ਸਮੇਂ ਅਸੀਂ ਉਹਨਾਂ ਦੇ ਚਰਨਾਂ 'ਤੇ ਨਮਸਕਾਰ ਹੀ ਕਰਦੇ ਹਾਂ। ਜਿਹੜੇ ਐਸੇ ਮਹਾਂਪੁਰਖ ਨੇ ਜਿਨ੍ਹਾਂ ਦੇ ਕੋਲ ਵਾਹਿਗੁਰੂ ਦੇ ਸਿਮਰਨ ਦਾ ਧਨ ਹੈ, ਤੇ ਅਸੀਂ ਉਹਨਾਂ ਦੇ ਚਰਨਾਂ 'ਤੇ ਅਨੇਕਾਂ ਵਾਰ ਨਮਸਕਾਰ ਕਰਦੇ ਹਾਂ, ਤੇ ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਦੇ ਰਹਿੰਦੇ ਨੇ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ।
ਸ੍ਰੀ ਆਸਾ ਜੀ ਦੀ ਵਾਰ ਦੇ ਜਿਹੜੇ ਆਪਾਂ ਸ਼ੰਤ ਪੜ੍ਹਦੇ ਹਾਂ ਉਹਨਾਂ ਵਿੱਚ ਇੱਕ ਪੰਕਤੀ ਆਉਂਦੀ ਹੈ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹੜੇ ਭਾਈ ਸਤਿਗੁਰੂ ਦਾ ਸਤਿਕਾਰ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਦੇ ਨੇ, ਤੇ ਫਿਰ ਸੰਸਾਰ ਉਹਨਾਂ ਦੀ ਪੂਜਾ ਕਰਨ ਲੱਗ ਜਾਂਦਾ। ਤੇ ਇਸੇ ਤਰ੍ਹਾਂ ਜਿਹੜੇ ਰੱਬ ਦੇ ਭਗਤ ਨੇ ਉਹ ਰੱਬ ਦੇ ਅੱਗੇ ਸੀਸ ਝੁਕਾਉਂਦੇ ਨੇ, ਦੁਨੀਆ ਫਿਰ ਉਹਨਾਂ ਦੇ ਅੱਗੇ ਝੁਕ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਅਸੀਂ ਅਨੇਕਾਂ ਵਾਰ ਉਹਨਾਂ ਦੇ ਚਰਨਾਂ 'ਤੇ ਸੀਸ ਝੁਕਾਉਂਦੇ ਹਾਂ ਅਤੇ ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਇਹ ਨਾਮ ਜਪਣ ਵਾਲਿਆਂ ਦਾ ਸਤਿਕਾਰ ਹੈ। ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ। ਇੱਥੇ 63 ਸ਼ਲੋਕ ਸੰਪੂਰਨ ਹੋਏ ਨੇ, ਜਿਨ੍ਹਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰ ਲਈ ਹੈ। ਕੁਝ ਸ਼ਲੋਕ ਬਾਕੀ ਰਹਿੰਦੇ ਨੇ। ਇਹਨਾਂ ਦੀ ਕੱਲ੍ਹ ਦੁਸਹਿਰਾ ਹੈ ਅਤੇ ਦੁਸਹਿਰੇ ਵਾਲੇ ਦਿਨ ਹੀ ਇਹ ਸ਼ਲੋਕਾਂ ਦੀ ਕਥਾ ਕਰਕੇ ਆਪਾਂ ਭੋਗ ਪਾ ਦੇਵਾਂਗੇ। ਸੋ ਹੁਣ ਇੱਥੇ ਆਪਾਂ ਕਥਾ ਦੀ ਸਮਾਪਤੀ ਕਰਦੇ ਹਾਂ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਹੇ ਪਪੀਲਕਾ ਗ੍ਰਸਤੇ ਗੋਬਿੰਦ ਸਿਮਰਨ ਤੋਯੰ ਧਨੇ, ਨਾਨਕ ਅਨਕ ਬਾਰ ਨਮੋ ਨਮਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।